ਸਿੱਧੂ ਮੂਸੇਵਾਲਾ ਉਹਨਾਂ ਦੇ ਬਾਰੇ ਉਹਨਾਂ ਨੇ ਕਦੀ ਐਕਸਪਲੇਨ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਨਾ ਉਹਦੇ ਬਾਰੇ ਕੋਈ ਉਹਨਾਂ ਨੇ ਕੋਈ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਮਝਦੇ ਸੀ ਕਿ ਜਿਹੜਾ ਮੈਨੂੰ ਜੋ ਸਮਝਦਾ ਉਹ ਸਮਝ ਲਵੇ। ਬਾਲੀਵੁੱਡ ਦੇ ਬਹੁਤ ਸਾਰੇ ਇਹੋ ਜਿਹੇ ਸਿਤਾਰੇ ਹੋਏ ਨੇ, ਗਾਇਕ ਹੋਏ ਨੇ, ਜਿਨ੍ਹਾਂ ਦੇ ਬਾਰੇ ਅਸੀਂ ਬੜੇ ਮਾਣ ਨਾਲ ਕਹਿ ਦਿੰਦੇ ਹਾਂ ਫਲਾਨਾ ਵੀ ਪੰਜਾਬੀ ਹੈ, ਫਲਾਨਾ ਵੀ ਪੰਜਾਬੀ ਹੈ। ਪਰ ਸਿੱਧੂ ਮੂਸੇਵਾਲਾ ਸਾਡਾ ਆਪਣਾ ਸੀ। ਜਦੋਂ ਪਹਿਲਾਂ ਸੁਰੱਖਿਆ ਵਾਪਸ ਲੈਣੀ ਸ਼ੁਰੂ ਕੀਤੀ ਗਈ ਕਿ ਭਾਈ ਸੁਰੱਖਿਆ ਵਾਪਸ ਲੈਣੀ ਤੇ ਲੈ ਲਓ, ਕੋਈ ਗੱਲ ਨਹੀਂ, ਤੁਸੀਂ ਕਿਹਦੇ ਆਧਾਰ ਤੇ ਸੁਰੱਖਿਆ ਦਿੱਤੀ ਸੀ ਤੇ ਕਿਹੜੇ ਤੇ ਵਾਪਸ ਲੈ ਰਹੇ ਹੋ। ਇੱਕ VIP ਕਲਚਰ ਨੇ ਵੀ ਤਾਂ ਘੇਰਾ ਸਾਨੂੰ ਪਾ ਲਿਆ ਇੰਨੇ ਸਾਲਾਂ ਤੋਂ। ਸਰਕਾਰਾਂ ਨੇ ਉਸ VIP ਕਲਚਰ ਨੂੰ ਖਤਮ ਕਰਨ ਦੀ ਠਾਣੀ, ਪਰ ਤਰੀਕਾ ਵੀ ਗਲਤ ਹੋ ਗਿਆ ਤੇ ਜਲਦਬਾਜ਼ੀ ਵੀ ਹੋ ਗਈ। ਇਸ ਸੂਚੀ ਦਾ ਇਸ ਤਰ੍ਹਾਂ ਜਨਤਕ ਹੋਣਾ, ਪੂਰੀ ਦੀ ਪੂਰੀ ਸੂਚੀ ਦੇ ਵਿੱਚ ਖਾਨੇ ਬਣਾ ਕੇ ਵਿਅਕਤੀ ਦਾ ਨਾਮ, ਉਸ ਦਾ ਰੈਂਕ, ਜਾਂ ਉਸ ਨੂੰ ਕਿੰਨੇ ਮੁਲਾਜ਼ਮ ਦਿੱਤੇ ਹੋਏ ਸੀ ਤੇ ਵਾਪਸ ਕਿੰਨੇ ਲਏ ਜਾ ਰਹੇ, ਤੇ ਜਿਨ੍ਹਾਂ ਦੀ ਜਾਣਕਾਰੀ ਇਸ ਤਰ੍ਹਾਂ ਜਨਤਕ ਕਰਨੀ ਮੇਰੇ ਹਿਸਾਬ ਨਾਲ ਸੇਫ ਨਹੀਂ ਸੀ। ਕਾਂਗਰਸ ਦੇ ਵੱਡੇ ਆਗੂ ਕਹਿ ਰਹੇ ਨੇ ਕਿ ਅਸੀਂ ਇੱਕ ਵੱਡਾ ਸਿਤਾਰਾ ਗਵਾ ਲਿਆ। ਕਿ ਕਿਤੇ ਉਹ ਲੱਗਦਾ ਹੈ ਕਿ ਉਹ ਕਾਂਗਰਸ ਦੇ ਡੈਡੀਕੇਟਡ ਵਰਕਰ, ਜੇ ਤਾਂ ਉਸਦੇ ਗਾਣਿਆਂ ਨੂੰ ਸੁਣਿਆ ਜਾਵੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਹਾਈ ਰਿਸਕ ਲਾਈਫ ਸਟਾਈਲ ਜਿਹੜਾ ਇਸ ਨੌਜਵਾਨ ਦਾ ਹੋ ਸਕਦਾ ਹੈ। ਪਰ ਦੂਸਰੇ ਪਾਸੇ ਉਹ ਜ਼ਮੀਨ ਨਾਲ ਜੁੜਿਆ ਹੋਇਆ ਵਿਅਕਤੀ ਸੀ। ਟਾਇਰ ਜਿਹੜੇ ਨੇ ਉਹ ਥਾਰ ਦੇ, ਤੁਸੀਂ ਦੇਖੋ ਫੋਟੋ ਵੀਡੀਓਜ਼ ਦੇ ਵਿੱਚ, ਉਹ ਕਾਫੀ ਵੱਡੇ ਨੇ। ਗੋਲੀ ਮਾਰ ਕੇ ਉਹਨਾਂ ਨੂੰ ਪੈਂਚਰ ਕੀਤਾ ਗਿਆ ਤੇ ਗੱਡੀ ਉਹ ਬੁਲਟ ਪ੍ਰੂਫ ਨਹੀਂ ਸੀ। ਪਰ ਦੂਸਰੇ ਪਾਸੇ ਉਸ ਵਿੱਚ ਕੋਈ ਸੁਰੱਖਿਆ ਵਾਲੀ ਕੋਈ ਗੱਲ ਨਹੀਂ ਸੀ। ਇੱਕ ਪਾਸੇ ਤੇ ਤੁਸੀਂ ਕਹਿ ਰਹੇ ਹੋ ਰਾਜਪਾਲ ਨੂੰ ਕਿ ਤੁਸੀਂ ਪੰਜਾਬ ਸਰਕਾਰ ਨੂੰ ਕਹੋ ਇਸ ਤਰ੍ਹਾਂ ਨਾ ਕਰੇ, ਆਮ ਆਦਮੀ ਪਾਰਟੀ ਇੱਦਾਂ ਕਰੇ, ਆਮ ਆਦਮੀ ਪਾਰਟੀ ਆਹ ਕਰੇ, ਤੁਸੀਂ ਉਹਨਾਂ ਨੂੰ ਉਹਦੇ ਕੋਲੋਂ ਆਹ ਕਰਵਾਓ, ਉਹ ਆਹ ਨਾ ਕਰ। ਸਾਰੇ ਮੁੱਦੇ ਜਿਹੜੇ ਮੈਂ ਪਹਿਲਾਂ ਗਿਣਾਏ ਨੇ, ਤੇ ਉੱਪਰ ਤੁਸੀਂ ਬਾਅਦ ਵਿੱਚ ਲਿਖ ਦਿੰਦੇ ਹੋ ਕਿ ਇਹ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ, ਤੇ ਅੱਜ ਦੀ ਚਰਚਾ ਦੇ ਵਿੱਚ ਮੇਰੇ ਨਾਲ ਮੌਜੂਦ ਰਹਿਣਗੇ ਕੁਲਦੀਪ ਸਿੰਘ ਹੀਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜੋਬਨ ਰੁੱਤੇ ਤੁਰ ਗਿਆ। ਮਾਪਿਆਂ ਦਾ ਕਲੇਜਾ ਪਾੜ ਜਾਂਦਾ ਹੋਣਾ। ਸਾਡਾ ਤਾਂ ਸੋਚਣ ਦਾ ਵੀ ਹੀਆ ਨਹੀਂ ਪੈਂਦਾ। ਪਰ ਜੇ ਉਸ ਨੌਜਵਾਨ ਦੀ ਸ਼ਖਸੀਅਤ ਦੀ ਗੱਲ ਕਰੀਏ ਤੇ ਕਿੱਦਾਂ ਦੀ ਸ਼ਖਸੀਅਤ ਸੀ ਉਸ ਨੌਜਵਾਨ ਦੀ? ਸਵਲੀਨ, ਸਿੱਧੂ ਮੂਸੇਵਾਲੇ ਨੇ ਸਾਰਿਆਂ 'ਤੇ ਪ੍ਰਭਾਵ ਪਾਇਆ। ਬਹੁਤ ਸਾਰੇ ਲੋਕਾਂ ਨਾਲ ਉਸ ਦੀ ਬਣੀ ਨਹੀਂ, ਜਾਂ ਇਹ ਕਹਿ ਲਓ ਕਿ ਉਸ ਨੂੰ ਸਮਝਣ ਤੋਂ ਅਸਮਰੱਥ ਸਨ। ਇਹਨਾਂ ਵਿੱਚ ਮੈਂ ਵੀ ਆਪਣੇ ਆਪ ਨੂੰ ਗਿਣ ਸਕਦਾ। ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਬਾਬਤ ਇੱਕ ਮੁੱਦੇ 'ਤੇ ਗੱਲਬਾਤ ਕੀਤੀ ਸੀ। ਚਲੋ, ਗੱਲਾਂ ਜਿਉਂਦਿਆਂ ਦੇ ਨਾਲ ਹੀ ਹੁੰਦੀਆਂ ਨੇ, ਆਪਣਿਆਂ ਦੇ ਨਾਲ ਹੀ ਹੁੰਦੀਆਂ ਨੇ, ਨਾਲੇ ਵਿਚਾਰਕ ਮਤਭੇਦ ਹੋ ਸਕਦੇ ਨੇ। ਬਿਲਕੁਲ ਹੈ ਜੀ। ਪਰ ਇਸ ਤਰ੍ਹਾਂ ਦਾ ਅੰਤ ਇਸ ਉਮਰ ਦੇ ਵਿੱਚ, ਵੈਸੇ ਤਾਂ ਕਿਸੇ ਉਮਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਵਹਿਸ਼ੀਆਨਾ ਜਿਹੜਾ ਕਤਲ ਹੈ ਕਿਸੇ ਦਾ ਹੋ ਜਾਣਾ, ਇਹ ਬਹੁਤ ਮਾੜੀ ਗੱਲ ਹੈ। ਸਿੱਧੂ ਮੂਸੇਵਾਲਾ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਟੈਲੈਂਟ ਸੀ ਤੇ ਉਸ ਦੇ ਕੋਲ ਇੱਕ ਕਲਾ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਬੰਨ੍ਹ ਕੇ, ਕੀਲ ਕੇ ਆਪਣੇ ਨਾਲ ਉਹ ਰੱਖ ਸਕਦਾ ਸੀ ਤੇ ਜੁੜੇ ਹੋਏ ਸਨ ਉਹਦੇ ਨਾਲ ਬਹੁਤ ਸਾਰੇ ਲੋਕ। ਮੂਸੇਵਾਲਾ 28-29 ਸਾਲ ਦੀ ਉਮਰ, 11 ਜੂਨ ਨੂੰ ਜਨਮ ਦਿਨ ਹੈ ਉਸਦਾ, ਉਹ ਵੇਖਣਾ ਨਸੀਬ ਨਹੀਂ ਹੋਇਆ। ਮਾਪਿਆਂ ਲਈ ਅਸਹਿ ਸਦਮਾ ਹੈ। ਪੰਜਾਬੀ ਨੂੰ ਪਿਆਰ ਕਰਨ ਵਾਲੇ, ਸੰਗੀਤ ਨੂੰ ਪਿਆਰ ਕਰਨ ਵਾਲੇ ਦੁਨੀਆ ਭਰ ਦੇ ਆਰਟਿਸਟ। ਮੈਂ ਆਪਣੇ ਬੇਟੇ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਦਾ ਇੱਕ ਹੋਰ ਆਰਟਿਸਟ, ਬਿਲਕੁਲ ਇਸੇ ਤਰ੍ਹਾਂ ਦੀ ਕਹਾਣੀ ਜਿਹੜੀ ਹੈ ਉਹ ਵੈਸਟਰਨ ਦੇ ਵਿੱਚ ਵੀ ਇੱਕ ਹੋਇਆ। ਖੈਰ, ਇਸ ਤਰ੍ਹਾਂ ਦੀਆਂ ਕਹਾਣੀਆਂ ਹੋਰ ਨਾ ਹੋਣ, ਸਾਨੂੰ ਇਹਨਾਂ ਤੋਂ ਕੋਈ ਸਬਕ ਲੈਣ ਦੀ ਲੋੜ ਹੈ। ਸਿੱਧੂ ਮੂਸੇਵਾਲਾ, ਤੁਸੀਂ ਪੁੱਛਿਆ ਕਿ ਸ਼ਖਸੀਅਤ ਕਿਹੋ ਜਿਹੀ ਸੀ? ਬੇਪਰਵਾਹ। ਮੈਂ ਉਸ ਨੂੰ ਥੋੜ੍ਹੇ ਜਿਹੇ ਲਫ਼ਜ਼ਾਂ ਦੇ ਵਿੱਚ ਉਸ ਨੂੰ ਸਮ ਅਪ ਕਰਨਾ ਹੋਵੇ, ਔਰ ਉਹਨਾਂ ਨੇ ਪੋਜ਼ੀਟਿਵਿਟੀ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਕੀਲਿਆ। ਜਿਹੜੀਆਂ ਉਹਨਾਂ ਦੀਆਂ ਕੁਝ ਨੈਗੇਟਿਵ ਗੱਲਾਂ ਸੀ, ਮੈਨੂੰ ਇਸ ਤਰ੍ਹਾਂ ਜਾਪਦਾ ਸੀ ਮੇਰੇ ਆਪਣੇ ਸਮਝਣ ਮੁਤਾਬਕ, ਉਹਨਾਂ ਦੇ ਬਾਰੇ ਉਹਨਾਂ ਨੇ ਕਦੀ ਐਕਸਪਲੇਨ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤੇ ਨਾ ਉਹਦੇ ਬਾਰੇ ਕੋਈ ਉਹਨਾਂ ਨੇ ਕੋਈ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਮਝਦੇ ਸੀ ਕਿ ਜਿਹੜਾ ਮੈਨੂੰ ਜੋ ਸਮਝਦਾ ਉਹ ਸਮਝ ਲਵੇ। ਕੋਈ ਚੰਗਾ ਸਮਝਦਾ ਚੰਗਾ ਸਮਝ ਲਵੇ, ਮਾੜਾ ਸਮਝਦਾ ਮਾੜਾ, ਆਪਣੇ ਥਾਂ 'ਤੇ ਹਰ ਕੋਈ। ਪਰ ਇਹ ਇੱਕ ਅਣਹੋਣੀ ਜਿਹੜੀ ਘਟਨਾ, ਮੈਂ ਇਸ ਨੂੰ ਬਿਲਕੁਲ ਵੀ ਸਿਰੇ ਤੋਂ ਅਣਹੋਣੀ ਨਹੀਂ ਕਹਾਂਗਾ, ਕਿਉਂਕਿ ਇੰਨੇ ਪਲੈਨਡ ਤਰੀਕੇ ਨਾਲ
ਸਾਡੇ ਕੋਲੋਂ ਇਸ ਨੌਜਵਾਨ ਨੂੰ ਖੋਹ ਲੈਣਾ, ਇਹ ਗੈਂਗਵਾਰ ਹੈ ਕੀ ਹੈ ਸਾਨੂੰ ਨਹੀਂ ਪਤਾ। ਆਉਣ ਵਾਲੇ ਸਾਲਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ, ਦਿਨਾਂ 'ਚ, ਮਹੀਨਿਆਂ 'ਚ ਪਤਾ ਲੱਗੇਗਾ। ਪਰ ਸਿੱਧੂ ਮੂਸੇਵਾਲੇ ਦਾ ਸਾਡੇ ਕੋਲੋਂ ਇਸ ਤਰ੍ਹਾਂ ਖੁੱਸ ਜਾਣਾ ਬਹੁਤ ਜ਼ਿਆਦਾ ਦੁਖਦਾਈ ਹੈ। ਔਰ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਜਿਹੜੇ ਫੈਨ ਹੋਣਗੇ, ਉਹਨਾਂ ਦੇ 2-4 ਦਿਨ ਫੇਸਬੁੱਕ 'ਤੇ ਪੋਸਟਾਂ ਪਾਉਣਗੇ, ਉਸ ਦੇ ਜਨਮ ਦਿਨ 'ਤੇ, ਬਰਸੀ 'ਤੇ ਪਾਇਆ ਕਰਨਗੇ, ਫੋਟੋਆਂ ਸ਼ੇਅਰ ਕਰਿਆ ਕਰਨਗੇ ਅਤੇ ਉਸ ਦੇ ਗਾਣੇ ਸੁਣ ਲਿਆ ਕਰਨਗੇ ਅਤੇ ਨੱਚ ਟੱਪ ਲਿਆ ਕਰਨਗੇ, ਯਾਦ ਕਰਨਗੇ ਉਸ ਨੂੰ। ਇਸ ਤੋਂ ਜ਼ਿਆਦਾ ਕੁਝ ਨਹੀਂ ਹੈ। ਪਰ ਜੋ ਉਸ ਦੇ ਇਮੀਡੀਏਟ ਫੈਮਿਲੀ ਜਿਹੜੀ ਹੈ, ਉਸ ਦੇ ਮਾਤਾ ਪਿਤਾ ਨੇ, ਹੋਰ ਜਿਹੜੇ ਇਮੀਡੀਏਟ ਫੈਮਿਲੀ ਮੈਂਬਰ ਨੇ, ਜੋ ਉਹਨਾਂ ਨਾਲ ਬੀਤੀ ਹੈ, ਜੋ ਘਾਟਾ ਉਹਨਾਂ ਨੂੰ ਪਿਆ ਹੈ, ਇੱਕ ਬਿਲਕੁਲ ਸਧਾਰਨ ਪਰਿਵਾਰ, ਖੇਤੀਬਾੜੀ ਵਾਲੇ ਪਰਿਵਾਰ ਦੇ ਵਿੱਚੋਂ ਉੱਠ ਕੇ ਇਸ ਤਰ੍ਹਾਂ ਦੀਆਂ ਬੁਲੰਦੀਆਂ ਨੂੰ ਛੂਹਣਾ, ਕੈਨੇਡਾ ਜਾਣ ਦਾ ਸੁਪਨਾ ਸਜੋਈ ਬੈਠੇ ਸਾਡੇ ਅੱਜ ਦੇ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ। ਅਤੇ ਮੂਸੇਵਾਲਾ ਉੱਥੋਂ ਵੀ ਕਾਮਯਾਬ ਹੋ ਕੇ ਵਾਪਸ ਪਰਤਿਆ ਔਰ ਉਸਨੇ ਜ਼ਮੀਨ ਨਾਲ ਜੋੜੀ ਰੱਖਿਆ। ਉਹਨੇ ਉਸ ਦੀ ਗੱਲ ਮੈਂ ਸੁਣ ਰਿਹਾ ਸੀ, ਇੱਕ ਉਹ ਕਹਿੰਦਾ ਕਿ ਮੇਰਾ ਇਹ ਭਾਈਚਾਰਾ ਹੈ ਜਿੱਥੇ ਮੈਂ ਰਹਿੰਦਾ। ਮੈਂ ਚੰਡੀਗੜ੍ਹ ਵੀ ਕੋਠੀ ਲੈ ਸਕਦਾ ਸੀ, ਮੈਂ ਬੰਬੇ ਵੀ ਰਹਿ ਸਕਦਾ ਸੀ। ਬਹੁਤ ਸਾਰੇ ਲੋਕ ਗਏ ਹੋਏ ਨੇ ਜਿਨ੍ਹਾਂ ਨੇ ਮੂੰਹ ਵੀ ਨਹੀਂ ਕੀਤਾ ਵਾਪਸ ਆਪਣੇ ਪੰਜਾਬ ਵੱਲ, ਪਿੰਡ ਵੱਲ, ਤੇ ਕੀ ਕਰਨਾ ਸੀ, ਕਿਸੇ ਸ਼ਹਿਰ ਵੱਲ ਵੀ ਨਹੀਂ ਕੀਤਾ। ਸਿਰਫ ਅਸੀਂ ਸੁਣਦੇ ਹੀ ਹਾਂ। ਬਾਲੀਵੁੱਡ ਦੇ ਬਹੁਤ ਸਾਰੇ ਇਹੋ ਜਿਹੇ ਸਿਤਾਰੇ ਹੋਏ ਨੇ, ਗਾਇਕ ਹੋਏ ਨੇ, ਜਿਨ੍ਹਾਂ ਦੇ ਬਾਰੇ ਅਸੀਂ ਬੜੇ ਮਾਣ ਨਾਲ ਕਹਿ ਦਿੰਦੇ ਹਾਂ ਫਲਾਨਾ ਵੀ ਪੰਜਾਬੀ ਹੈ, ਫਲਾਨਾ ਵੀ ਪੰਜਾਬੀ ਹੈ। ਪਰ ਸਿੱਧੂ ਮੂਸੇਵਾਲਾ ਸਾਡਾ ਆਪਣਾ ਸੀ, ਆਪਣਿਆਂ ਦੇ ਵਿੱਚ ਰਿਹਾ, ਆਪਣਿਆਂ ਦੇ ਵਿੱਚ ਰੁਖਸਤ ਹੋ ਗਿਆ ਅਤੇ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ ਅਤੇ ਇੱਕ ਅੱਧੇ ਦਿਨ 'ਚ ਉਸਦਾ ਅੰਤਿਮ ਸੰਸਕਾਰ ਹੋ ਜਾਵੇਗਾ, ਅੰਤਿਮ ਅਰਦਾਸ ਵੀ ਹੋ ਜਾਵੇਗੀ। ਪਰ ਸੱਚੇ ਦਿਲੋਂ ਉਸ ਨਾਲ 100 ਵਿਚਾਰਕ ਮਤਭੇਦ ਹੋ ਸਕਦੇ ਨੇ। ਬਹੁਤ ਦੁਖਦਾਈ ਹੈ ਬੱਚੇ ਦਾ ਚਲੇ ਜਾਣਾ। ਜੀ ਕੁਲਦੀਪ ਜੀ, ਜੋ ਪੰਜਾਬ 'ਚ ਕੱਲ੍ਹ ਦੀ ਤਸਵੀਰ ਲੋਕਾਂ ਦੇ ਅੱਗੇ ਪੰਜਾਬ ਦੀ ਗਈ ਹੈ, ਉਹ ਚੰਗੀ ਨਹੀਂ ਹੈ। ਵਿਰੋਧੀ ਸਰਕਾਰ 'ਤੇ ਸਵਾਲ ਚੁੱਕ ਰਹੇ ਨੇ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਸਿੱਧਾ ਨਿਸ਼ਾਨਾ ਸਾਧਿਆ ਵੀ ਭਾਈ ਤੁਹਾਡੇ ਕਰਕੇ ਸਾਡਾ ਪੁੱਤ ਚਲਾ ਗਿਆ। ਤੁਸੀਂ ਕਿੱਥੇ ਕਿੱਥੇ ਅਣਗਹਿਲੀਆਂ ਦੇਖਦੇ ਹੋ ਪੰਜਾਬ ਸਰਕਾਰ ਦੀਆਂ? ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਮੈਂ ਕਿਸੇ ਹੱਦ ਤੱਕ ਦੇਖਦਾ। ਇਹਦੇ ਵਿੱਚ ਮੌਜੂਦਾ ਸਰਕਾਰ ਦੀ ਪਹਿਲਾਂ ਗੱਲ ਕਰਦੇ ਹਾਂ। ਕਿਤੇ ਇਸ ਤਰ੍ਹਾਂ ਨਾ ਸਾਡੇ ਦਰਸ਼ਕ ਕਿਤੇ ਸਾਡੇ ਤੋਂ ਮਹਿਸੂਸ ਕਰਨ ਕਿ ਮੌਜੂਦਾ ਸਰਕਾਰ ਨੂੰ ਪ੍ਰੋਟੈਕਟ ਕਰਨ ਦੀ ਜਾਂ ਪਿਛਲੀਆਂ ਸਰਕਾਰਾਂ ਨੂੰ ਭੰਡਣ ਦੀ ਕੋਸ਼ਿਸ਼ ਕਰ ਰਹੇ ਨੇ। ਬਿਲਕੁਲ ਵੀ ਅਜਿਹਾ ਨਹੀਂ ਹੈ। ਇੱਕ ਬੜਾ ਬੈਲੈਂਸਡ ਜਿਹੜਾ ਇੱਕ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗਲਤੀਆਂ ਫਿਰ ਵੀ ਰਹਿ ਜਾਣਗੀਆਂ। ਜਿਹੜੀ ਹੁਣ ਦੀ ਸਰਕਾਰ ਦੀ ਗੱਲ ਹੈ, ਸਾਡੇ ਪਿਛਲੇ ਪ੍ਰੋਗਰਾਮਾਂ ਨੂੰ ਤੁਸੀਂ ਕੱਢ ਕੇ ਵੇਖ ਲਓ ਅਤੇ ਜ਼ਰੂਰ ਅਸੀਂ ਇਹ ਗੱਲ ਉਠਾਈ ਹੋਵੇਗੀ ਜਦੋਂ ਪਹਿਲਾਂ ਸੁਰੱਖਿਆ ਵਾਪਸ ਲੈਣੀ ਸ਼ੁਰੂ ਕੀਤੀ ਗਈ ਕਿ ਭਾਈ ਸੁਰੱਖਿਆ ਵਾਪਸ ਲੈਣੀ ਤੇ ਲੈ ਲਓ, ਕੋਈ ਗੱਲ ਨਹੀਂ। ਤੁਸੀਂ ਕਿਹਦੇ ਆਧਾਰ 'ਤੇ ਸੁਰੱਖਿਆ ਦਿੱਤੀ ਸੀ ਅਤੇ ਕਿਹੜੇ 'ਤੇ ਵਾਪਸ ਲੈ ਰਹੇ ਹੋ, ਇਹ ਸਮੀਖਿਆ ਤਾਂ ਸਰਕਾਰ ਨੇ ਜਾਂ ਭਗਵੰਤ ਮਾਨ ਨੇ ਨਹੀਂ ਕਰਨੀ, ਹੋਮ ਮਿਨਿਸਟਰੀ ਨੇ ਨਹੀਂ ਕਰਨੀ। ਉਸ ਦੇ ਵਾਸਤੇ ਬਹੁਤ ਸਾਰੀਆਂ ਏਜੰਸੀਆਂ ਨੇ ਜਿਹਦੇ ਵਿੱਚ ਸਾਡੀ ਵਿਜੀਲੈਂਸ ਹੈ, ਪੰਜਾਬ ਪੁਲਿਸ ਹੈ, NIA ਹੈ, CID ਹੈ ਜਾਂ CBI ਵੀ ਆ। ਉਹਨਾਂ ਸਾਰੀਆਂ ਦੀ ਰਿਪੋਰਟ, ਸਾਂਝੀ ਰਿਪੋਰਟ, ਇੰਟੈਲੀਜੈਂਸ ਦੀ ਰਿਪੋਰਟ ਕੀ ਕਹਿੰਦੀ ਹੈ ਕਿ ਕੀ ਇਸ ਵਿਅਕਤੀ ਨੂੰ ਕੋਈ ਖਤਰਾ ਹੈ ਅਤੇ ਫਿਰ ਉਸ ਵਿਅਕਤੀ ਦੀ ਸੁਰੱਖਿਆ ਜਿਹੜੀ ਹੈ ਉਸ ਹਿਸਾਬ ਨਾਲ ਘਟਾਈ ਜਾਂ ਵਧਾਈ ਜਾ ਸਕਦੀ ਹੈ। ਕਿਸੇ ਦੀ ਵਧਾਉਣ ਦੀ ਵੀ ਲੋੜ ਪੈ ਸਕਦੀ ਹੈ, ਕਿਉਂਕਿ ਹਰ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਦਾ ਕੰਮ ਜਿਹੜਾ ਹੈ ਉਹ ਸਰਕਾਰਾਂ ਕੋਲ ਹੁੰਦਾ ਹੈ। ਮੈਨੂੰ ਤਾਂ ਪੰਜਾਬ ਵਿੱਚ ਉਹ ਵੀ ਸਮਾਂ ਯਾਦ ਹੈ ਕਿ ਜਦੋਂ ਹਾਲਾਤ ਇੰਨੇ ਸਾਜ਼ਗਾਰ ਨਹੀਂ ਸਨ, ਮਾੜੇ ਹਾਲਾਤ ਸਨ ਪੰਜਾਬ ਦੇ, ਅਤੇ ਬਹੁਤ ਸਾਰੇ ਸਾਡੇ ਚੋਣਾਂ ਵਿੱਚ ਖੜ੍ਹੇ ਹੋਣ ਵਾਲੇ ਵਿਧਾਇਕ ਜਿਨ੍ਹਾਂ ਕੋਲ ਆਪਣੇ ਕੋਲ ਇੱਕ ਸਕੂਟਰ ਮੋਟਰਸਾਈਕਲ ਹੁੰਦਾ ਸੀ ਅਤੇ ਉਹਨਾਂ ਨੂੰ ਕਿੰਨੇ ਕਿੰਨੇ ਗਨਮੈਨ ਮਿਲੇ ਹੁੰਦੇ ਸੀ ਅਤੇ ਫਿਰ ਉਹਨਾਂ ਨੂੰ ਸਾਈਕਲਾਂ 'ਤੇ ਨਾਲ ਲੈ ਕੇ ਜਾਂਦੇ ਸੀ। ਬਹੁਤ ਕੁਝ ਦੇਖਿਆ ਇੱਥੇ। ਪਰ ਹੁਣ ਇੱਕ VIP ਕਲਚਰ ਨੇ ਵੀ ਤਾਂ ਘੇਰਾ ਸਾਨੂੰ ਪਾ ਲਿਆ ਇੰਨੇ ਸਾਲਾਂ ਤੋਂ। ਸਰਕਾਰਾਂ ਨੇ ਉਸ VIP ਕਲਚਰ ਨੂੰ ਖਤਮ ਕਰਨ ਦੀ ਠਾਣੀ, ਪਰ ਤਰੀਕਾ ਵੀ ਗਲਤ ਹੋ ਗਿਆ ਅਤੇ ਜਲਦਬਾਜ਼ੀ ਵੀ ਹੋ ਗਈ ਹੈ। ਜਲਦਬਾਜ਼ੀ ਇਹ ਕਿ ਤੁਸੀਂ ਸੁਰੱਖਿਆ ਫਲਾਣੇ ਦੀ ਵੀ ਵਾਪਸ, ਫਲਾਣੇ ਦੀ ਵੀ ਵਾਪਸ ਦਾ ਮਤਲਬ ਇਹ ਹੈ ਕਿ ਤੁਸੀਂ ਚਲੋ ਡਿਟੇਲ ਤਾਂ ਦਿੱਤੀ ਹੈ ਕਿ 4 ਵਿੱਚੋਂ 2 ਵਾਪਸ ਲੈ ਲਏ ਨੇ, 8 ਚੋਂ 4 ਲੈ ਲਏ ਨੇ, 50 ਚੋਂ 20 ਲੈ ਲਏ ਨੇ, 28 ਚੋਂ 26 ਖੋਲੇ ਆ, 28 ਚੋਂ 26 ਖੋਲੇ ਨੇ। ਕਈਆਂ ਨੇ ਅਦਾਲਤ ਵਿੱਚ ਜਾ ਕੇ ਦੁਬਾਰਾ ਵੀ ਆਪਣੀ ਜਿਹੜੀ ਹੈ ਸੁਰੱਖਿਆ ਉਹ ਲਈ ਹੈ। ਸਾਰੀ ਦੀ ਸਾਰੀ ਨਹੀਂ ਮਿਲੀ। ਫਤਿਹ ਜੰਗ ਬਾਜਵਾ ਕਹਿ ਰਹੇ ਸੀ ਕਿ ਮੇਰੀ ਸੁਰੱਖਿਆ ਜਿਹੜੀ ਹੈ ਬਹਾਲ ਕੀਤੀ ਜਾਵੇ, ਨਹੀਂ ਤਾਂ ਮੈਂ ਅਦਾਲਤ ਜਾਵਾਂਗਾ। ਉਹਨਾਂ ਨੂੰ ਵਾਪਸ ਮਿਲ ਗਏ ਆ। ਖੈਰ ਉਹਨਾਂ ਦਾ ਫੈਮਿਲੀ ਹਿਸਟਰੀ ਜਿਹੜੀ ਹੈ ਉਸ ਨੂੰ ਵੇਖਦੇ ਹੋਏ ਉਹਨਾਂ ਨੂੰ ਸੁਰੱਖਿਆ ਦੀ ਮੈਂ ਸਮਝਦਾ ਵਿਅਕਤੀਗਤ ਤੌਰ 'ਤੇ ਕਿ ਲੋੜ ਹੈ। ਹੁਣ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਕੇਸ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਘਟਨਾ ਦੇ ਵਾਪਰਨ ਤੋਂ ਪਹਿਲਾਂ ਕੀ ਹੋਇਆ। ਇੱਕ ਸੂਚੀ ਆਉਂਦੀ ਹੈ 424 ਵਿਅਕਤੀਆਂ ਦੀ। ਉਸ ਵਿੱਚ ਬੜੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਮ ਆਉਂਦੇ ਨੇ। ਕਈ ਇਹਨਾਂ ਦੇ ਆਪਣੀ ਪਾਰਟੀ ਦੇ ਵੀ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਵਿਅਕਤੀ ਨੇ ਉਹਨਾਂ ਦੀ ਵੀ ਸੁਰੱਖਿਆ ਜਿਹੜੀ ਹੈ ਘਟਾਈ ਗਈ। ਪਰ ਉਹਦੇ ਨਾਲੋਂ ਜ਼ਿਆਦਾ ਬਹੁਤੇ ਜਿਹੜੇ ਨੇ ਪੰਜਾਬ ਪੁਲਿਸ ਦੇ ਸਾਬਕਾ ਅਫਸਰ ਨੇ,
ਉਹਨਾਂ ਵਿੱਚ ਕਈ ਡੇਰੇਦਾਰ ਨੇ ਤੇ ਸਿੱਖ ਕੌਮ ਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਤੇ ਕੇਸਗੜ੍ਹ ਸਾਹਿਬ ਦੇ ਗਿਆਨੀ ਜਿਹੜੇ ਸੀ ਉਹਨਾਂ ਦੀ ਵੀ ਜਿਹੜੀ ਸੀ ਸੁਰੱਖਿਆ ਘਟਾਉਣ ਦੀ ਗੱਲ ਹੋਈ। ਹੋਰ ਵੀ ਕਈਆਂ ਦੇ ਨਾਮ ਆਏ ਇਸ ਵਿੱਚ। ਹੁਣ ਉਹ ਧਾਰਮਿਕ ਸ਼ਖਸੀਅਤਾਂ ਦੀ ਜਦੋਂ ਸੁਰੱਖਿਆ ਘਟਾਉਣ ਦੀ ਗੱਲ ਆਈ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੇ 1-2 ਦਿੱਤੇ ਹੋਏ ਨੇ ਸਾਨੂੰ ਉਹਨਾਂ ਦੀ ਵੀ ਲੋੜ ਨਹੀਂ ਹੈ, ਸਾਡੇ ਕੋਲ ਨੌਜਵਾਨ ਆਪਣੇ ਹੈਗੇ ਆ ਜੀ। ਹੁਣ ਦੇਖੋ ਕੁਝ ਦਿਨ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਸਾਰੇ ਸਿੱਖ ਹਥਿਆਰ ਰੱਖਣ, ਉਹ ਇੱਕ ਵੱਖਰਾ ਇਸ਼ੂ ਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਆਪਣੀ ਮਰਜ਼ੀ ਨਾਲ ਹਟਾ ਰਿਹਾ। ਸਰਕਾਰ ਨੇ ਫਿਰ ਯੂ ਟਰਨ ਲੈਣਾ ਸ਼ੁਰੂ ਕੀਤਾ ਥੋੜ੍ਹੇ ਮਾਮਲਿਆਂ 'ਚ। ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਨਹੀਂ, ਸਾਡੇ ਕੋਲੋਂ ਗਲਤੀ ਹੋ ਗਈ, ਤੁਸੀਂ ਵਾਪਸ ਲੈ ਲਓ, ਤੁਹਾਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਹੋਰ ਵੀ ਜਿਹੜੇ ਇਸ ਤਰ੍ਹਾਂ ਦੀ ਕੋਈ ਸ਼ਖਸੀਅਤਾਂ ਸਨ ਉਹਨਾਂ ਨੂੰ ਸੁਰੱਖਿਆ ਵਾਪਸ ਦੇਣ ਦੀ ਗੱਲ ਹੋ ਗਈ। ਪਰ ਦੂਸਰੀ ਗੱਲ ਜਿਹੜੀ ਸਭ ਤੋਂ ਮੈਨੂੰ ਮਾੜੀ ਲੱਗੀ ਕਿ ਇਸ ਸੂਚੀ ਦਾ ਇਸ ਤਰ੍ਹਾਂ ਜਨਤਕ ਹੋਣਾ, ਉਸ ਸੂਚੀ ਦੇ ਪੂਰੀ ਦੀ ਪੂਰੀ ਸੂਚੀ ਦੇ ਵਿੱਚ ਖਾਨੇ ਬਣਾ ਕੇ ਵਿਅਕਤੀ ਦਾ ਨਾਮ, ਉਸ ਦਾ ਰੈਂਕ, ਜਾਂ ਉਸ ਨੂੰ ਕਿੰਨੇ ਮੁਲਾਜ਼ਮ ਦਿੱਤੇ ਹੋਏ ਸੀ ਤੇ ਵਾਪਸ ਕਿੰਨੇ ਲਏ ਜਾ ਰਹੇ, ਤੇ ਐਂਡ ਦੇ ਵਿੱਚ ਉਸ ਵਿਅਕਤੀ ਦਾ ਐਡਰੈਸ ਕਿ ਉਹ ਕਿੱਥੇ ਰਹਿੰਦਾ ਕਿ ਬਹੁਤ ਸਾਰੇ ਅਜਿਹੇ ਪੁਲਿਸ ਅਫਸਰਾਂ ਦੇ ਐਡਰੈਸ ਵਿੱਚ ਦਿੱਤੇ ਹੋਏ ਨੇ। ਮੈਂ ਹੁਣ ਨਾਮ ਨਹੀਂ ਲਵਾਂਗਾ, ਮੈਂ ਕਿਸੇ ਨੂੰ ਯਾਦ ਕਰਾਉਣ ਦੀ ਖਾਤਰ ਨਹੀਂ, ਜਿਨ੍ਹਾਂ ਦੀ ਜਾਣਕਾਰੀ ਇਸ ਤਰ੍ਹਾਂ ਜਨਤਕ ਕਰਨੀ ਮੇਰੇ ਹਿਸਾਬ ਨਾਲ ਸੇਫ ਨਹੀਂ ਸੀ। ਸੋ ਇਹ ਇੱਕ ਮਿਸਟੇਕ ਆ ਸਰਕਾਰੀ ਪਾਰਟ ਤੇ। ਕੌਣ ਜ਼ਿੰਮੇਵਾਰ ਹੈ? ਕਿ ਸਰਕਾਰ ਨੇ ਜਾਣਬੁੱਝ ਕੇ ਕਰਵਾਇਆ? ਕੀ ਇਸ ਤੋਂ ਇੱਕ ਸਰਕਾਰ ਨੇ VIP ਕਲਚਰ ਨੂੰ ਖਤਮ ਕਰਨ ਦੇ ਨਾਂ ਹੇਠ ਕੋਈ ਵਾਹਵਾ ਖੱਟਣ ਦੀ ਕੋਸ਼ਿਸ਼ ਕੀਤੀ ਹੈ? ਮੈਨੂੰ ਜਾਪਦਾ ਕਿ ਥੋੜ੍ਹੀ ਜਿਹੀ ਕੀਤੀ ਹੈ। ਜੇ ਤੁਸੀਂ ਵਾਪਸ ਕਰਨੀ ਹੈ ਸੁਰੱਖਿਆ ਤੇ ਚੁੱਪ ਕਰਕੇ ਕਰ ਦਿਓ। ਇੱਕ ਹੋਰ ਗੱਲ, ਉਸ ਚਿੱਠੀ ਦੇ ਥੱਲੇ ਇੱਕ ਲਾਈਨ ਇੱਕ ਹੋਰ ਲਿਖੀ ਹੋਈ ਹੈ ਕਿ ਇਹ ਟੈਂਪਰੇਰੀ ਬੇਸਿਸ ਤੇ ਵਾਪਸ ਲਈ ਜਾ ਰਹੀ ਹੈ। ਹੁਣ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ 4 ਕਮਾਂਡੋ ਉਹਨਾਂ ਨੂੰ ਮਿਲੇ ਹੋਏ ਨੇ। ਜੇ ਮੈਂ ਗਲਤ ਨਹੀਂ ਤਾਂ ਕਮਾਂਡੋਆਂ ਦੇ ਕੋਲ ਅਸਾਲਟ ਰਾਈਫਲਾਂ ਹੁੰਦੀਆਂ ਨੇ। 4 ਕਮਾਂਡੋ ਉਹਨਾਂ ਨੂੰ ਮਿਲੇ ਹੋਏ ਨੇ। 2 ਜਿਹੜੇ ਨੇ ਉਹ ਘੱਲੂ ਘਾਰਾ ਹਫਤਾ ਕਰਕੇ ਜਿਹੜੇ ਨੇ ਉਹ ਵਾਪਸ ਲੈ ਜਾ ਰਹੇ ਨੇ, ਫਿਰ ਉਸ ਨੂੰ ਵਾਪਸ ਮਿਲ ਸਕਦੇ ਨੇ। ਕੀ ਇਹ ਪਰਮਾਨੈਂਟਲੀ ਵਾਪਸ ਹੋਏ ਸੀ ਜਾਂ ਘੱਲੂ ਘਾਰਾ ਹਫਤਾ ਕਰਕੇ? ਅਜੇ 2 ਦਿਨ ਪਹਿਲਾਂ ਇਹ ਗੱਲ ਹੁੰਦੀ ਹੈ ਤੇ ਕੱਲ੍ਹ ਇਹ ਭਾਣਾ ਵਾਪਰ ਜਾਂਦਾ ਹੈ। ਹੁਣ ਸਰਕਾਰੀ ਜ਼ਿੰਮੇਵਾਰੀ ਜਿਹੜੀ ਹੈ, ਮੈਂ ਇਸ ਹੱਦ ਤੱਕ ਸਮਝਦਾ ਕਿ ਸਰਕਾਰ ਦੀ ਅਣਗਹਿਲੀ ਜਿਹੜੀ ਹੈ ਉਹ ਇਸ ਹੱਦ ਤੱਕ ਹੋਈ। ਕੁਲਦੀਪ ਜੀ, ਹਾਈ ਕੋਰਟ ਵੀ ਜਵਾਬ ਮੰਗ ਰਹੀ ਪੰਜਾਬ ਸਰਕਾਰ ਤੋਂ ਇਸੇ ਮੁੱਦੇ ਤੇ। ਬਿਲਕੁਲ, ਕੋਰਟ ਨੇ ਮੰਗਣਾ, ਸਰਕਾਰ ਨੂੰ ਕੋਈ ਤਾਂ ਦੇਣਾ ਪਏਗਾ। ਕਿਸ ਨੇ ਡਾਇਰੈਕਟਿਵ ਜਿਹੜਾ ਦਿੱਤਾ? ਕੀ ਹੁਣ ਕਿਸੇ ਅਫਸਰ ਦੀ ਬਲੀ ਦਿੱਤੀ ਜਾਵੇਗੀ, ਕਿਸੇ ਸਕੱਤਰ ਦੀ ਬਲੀ ਦਿੱਤੀ ਜਾਵੇਗੀ? ਕੋਰਟ ਨੇ ਤੇ ਪੁੱਛਣਾ ਕਿ ਕਿਹੜੇ ਆਧਾਰ ਤੇ ਸੁਰੱਖਿਆ ਜਿਹੜੀ ਵਾਪਸ ਲੈ ਗਈ ਹੈ। ਮੈਂ ਸਮਝਦਾ ਕਿ ਸਰਕਾਰ ਕੋਲ ਕੋਈ ਸੋਲਿਡ ਆਨਸਰ, ਕੋਈ ਠੋਸ ਜਵਾਬ ਇਸ ਦਾ ਹੋਵੇ ਤਾਂ ਬਿਹਤਰ ਹੈ। ਤੇ ਸਰਕਾਰ ਇਸ ਮਾਮਲੇ ਤੇ ਕਸੂਤੀ ਫਸ ਸਕਦੀ ਹੈ। ਸੁਰੱਖਿਆ ਵਾਪਸ ਲੈ ਲਈ, ਬਾਰ-ਬਾਰ ਇਹ ਗੱਲ ਕਰੀ ਜਾਣੀ ਤੇ ਉਹਦੇ ਤੇ ਕੋਈ ਸਪਸ਼ਟੀਕਰਨ ਨਾ ਦੇਣਾ ਵੀ ਕਿਹਨਾਂ ਕਾਰਨਾਂ ਕਰਕੇ ਅਸੀਂ ਵਾਪਸ ਲੈ ਰਹੇ ਹਾਂ। ਹੁਣ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਹੈ। 2 ਮੁੱਦੇ ਤੇ ਅਜਿਹੇ ਹੋਏ ਕਿ ਜਿਨ੍ਹਾਂ ਦੇ ਮਾਮਲੇ ਤੇ ਰਜਿੰਦਰ ਕੌਰ ਭੱਠਲ ਨੂੰ ਜਿਹੜਾ ਸੀ ਉਹ ਥੋੜ੍ਹਾ ਜਿਹਾ ਸ਼ਰਮਿੰਦਗੀ ਝੱਲਣੀ ਪਈ। ਇੱਕ ਤੇ ਇਹ ਸੀ ਕੋਠੀ ਜਿਹੜੀ ਸਰਕਾਰੀ ਸੀ ਉਹ ਖਾਲੀ ਨਹੀਂ ਸੀ ਕਰ ਰਹੇ, ਚੰਡੀਗੜ੍ਹ ਵਾਲੀ। ਦੂਸਰਾ, ਜਿੱਥੇ ਉਹਨਾਂ ਦੀ ਰਿਹਾਇਸ਼ ਹੈ ਉਹਨਾਂ ਦੇ ਆਪਣੇ ਸ਼ਹਿਰ ਦੇ ਵਿੱਚ, ਉੱਥੇ ਸੜਕ ਦੇ ਉੱਪਰ ਕਬਜ਼ਾ ਹੋਇਆ ਸੀ, ਉਹ ਵੀ ਹਟਾ ਦਿੱਤਾ ਉਹਨਾਂ ਨੇ, ਖੁਦ ਹੀ ਚੁੱਕ ਦਿੱਤਾ। ਖੈਰ ਉਹ ਬੋਲੇ ਨਹੀਂ, ਸੁਰੱਖਿਆ ਉਹਨਾਂ ਦੀ ਵੀ ਵਾਪਸ ਹੋਈ ਹੈ। ਉਹ ਪੰਜਾਬ ਦੇ ਉਹਨਾਂ ਦਿਨਾਂ ਦੇ ਗਵਾਹ ਨੇ ਜਦੋਂ ਬਹੁਤ ਮਾੜੇ ਹਾਲਾਤ ਸਨ ਪੰਜਾਬ ਦੇ ਤੇ ਉਹਨਾਂ ਨੂੰ ਵੱਡੀ ਸੁਰੱਖਿਆ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਮਿਲੀ ਹੋਈ ਸੀ। ਹੁਣ ਜੇ ਉਹਨਾਂ ਦੀ ਸੁਰੱਖਿਆ 'ਚ ਕਟੌਤੀ ਕੀਤੀ ਗਈ ਹੈ ਤੇ ਉਹ ਕੋਈ ਕਾਰਨ ਤੇ ਹੋਵੇਗਾ। ਕਿਸੇ ਨੇ ਕਿਹਾ ਤਾਂ ਹੋਵੇ, ਕਿਸੇ ਨੇ ਰਿਪੋਰਟ ਤਾਂ ਲਾਈ ਹੋਵੇਗੀ ਨਾ ਕਿ ਭਾਈ ਇਸ ਏਜੰਸੀ ਨੇ ਕਹਿ ਦਿੱਤਾ ਕਿ ਆਹ ਵਿਅਕਤੀ ਦੀ ਸੁਰੱਖਿਆ ਜਿਹੜੀ ਆ ਇੰਨੀ ਲੋੜ ਨਹੀਂ, ਹੁਣ ਇਸ ਦੀ ਜਾਨ ਨੂੰ ਕੋਈ ਖਤਰਾ ਨਹੀਂ। ਉਹਦੀ ਰੇਟਿੰਗ ਹੁੰਦੀ ਹੈ ਬਕਾਇਦਾ ਕਿ ਕਿਹਦੀ ਜਾਨ ਨੂੰ ਕਿਸ ਲੈਵਲ ਦਾ ਖਤਰਾ ਹੈ। ਤੇ ਸਿੱਧੂ ਮੂਸੇਵਾਲੇ ਦੀ ਅਸੀਂ ਗੱਲ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ, ਇਹ ਪੰਜਾਬ ਦੇ ਵਿੱਚ ਦੱਸੀ ਗਈ ਗੱਲ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਟੌਪ ਦੇ ਜਿਹੜੇ ਬੰਦੇ ਜਿਹੜੇ ਗੈਂਗਸਟਰਾਂ ਦੇ ਜਾਂ ਹੋਰਨਾਂ ਦੇ ਨਿਸ਼ਾਨੇ ਤੇ ਸਨ, ਸਿੱਧੂ ਮੂਸੇਵਾਲਾ ਦਾ ਨਾਮ ਉਹਨਾਂ ਵਿੱਚੋਂ ਸਿਖਰਲਿਆਂ ਵਿੱਚ ਸੀ ਕਿ ਇਸ ਤੇ ਨਿਸ਼ਾਨਾ ਲੱਗ ਸਕਦਾ ਹੈ। ਕੀ ਏਜੰਸੀਆਂ ਦੀ ਰਿਪੋਰਟ ਇਹ ਕਹਿੰਦੀਆਂ ਸੀ ਕਿ ਇਸ ਤੇ ਨਿਸ਼ਾਨਾ ਹੋ ਸਕਦਾ, ਜਾਂ CBI ਇਸ ਦੀ ਜਾਂਚ ਕਰ ਰਹੀ ਸੀ, ਜਾਂ ਕੌਣ ਕਰ ਰਿਹਾ ਸੀ, ਤੇ ਗੈਂਗਸਟਰ ਕਿੱਥੇ ਕਿੱਥੇ ਤੱਕ ਫੈਲੇ ਹੋਏ ਸੀ? ਹੁਣ ਇਹ ਸਾਰੀਆਂ ਗੱਲਾਂ ਮੈਂ ਸਮਝਦਾ ਕਿ ਨਿਕਲ ਕੇ ਸਾਹਮਣੇ ਆਉਣਗੀਆਂ ਜੇ ਸਹੀ ਤਰੀਕੇ ਨਾਲ ਜਾਂਚ ਹੋਈ ਹੈ। ਪਰ ਇਸ ਵੇਲੇ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ ਜਵਾਬ ਦੇਣੇ ਪੈਣਗੇ। ਇਸ ਵੇਲੇ ਸਰਕਾਰ ਕੱਲ੍ਹ ਸ਼ਾਮ ਦੀ ਜਦੋਂ ਦੀ ਇਹ ਘਟਨਾ ਵਾਪਰੀ ਹੈ ਤੇ ਇਹ ਗੋਡਿਆਂ ਭਾਰ ਹੋਈ ਪਈ ਹੈ। ਜੀ ਬਿਲਕੁਲ, ਸੁਰੱਖਿਆ 'ਚ ਕਟੌਤੀ ਕਰਕੇ ਮੀਡੀਆ 'ਚ ਬੱਲੇ ਬਟੋਰਨ ਦੀ ਖਾਤਰ ਸਰਕਾਰ ਨੇ ਜੋ ਗਲਤੀ ਕੀਤੀ ਹੈ ਉਹਨੂੰ ਅਸੀਂ ਗਲਤ ਹੀ ਕਹਾਂਗੇ। ਪ੍ਰੋਗਰਾਮ ਫਿਲਹਾਲ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਜਲਦ ਹਾਜ਼ਰ ਹੁੰਨੇ।
ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਵਿਰੋਧੀਆਂ ਦਾ ਕੰਮ ਹੁੰਦਾ ਹੈ ਰੌਲਾ ਪਾਉਣਾ। ਵਿਰੋਧੀ ਰੱਜ ਕੇ ਰੌਲਾ ਪਾ ਰਹੇ। ਕੱਲ ਦੇ ਹਰੇਕ ਪੋਲੀਟੀਸ਼ੀਅਨ ਨੇ ਪੋਸਟ ਪਾਈ ਹੈ, ਸਭ ਤੋਂ ਪਹਿਲਾਂ ਸਰਕਾਰ ਨੂੰ ਭੰਡਿਆ ਤੇ ਥੱਲੇ ਜਾ ਕੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ। ਕਿੰਜ ਦੇਖਦੇ ਹੋ ਜੀ ਇਹਨੂੰ? ਇਹ ਤਰਾਸਦੀ ਹੈ। ਜੇ ਸ਼ੁਭਦੀਪ ਸਿੰਘ ਸਿੱਧੂ ਜੇ ਉਹ ਪੋਲੀਟਿਕਸ ਰਾਜਨੀਤੀ ਵਿੱਚ ਨਾ ਆਇਆ ਹੁੰਦਾ ਤੇ ਕਿ ਫੇਰ ਵੀ ਇਸੇ ਤਰ੍ਹਾਂ ਦੇ ਟਵੀਟ ਜਾਂ ਇਸ ਤਰ੍ਹਾਂ ਦੀਆਂ ਹਮਦਰਦੀ ਦੇ ਸੁਨੇਹੇ ਆਉਂਦੇ। ਕਾਂਗਰਸ ਦੇ ਵੱਡੇ ਆਗੂ ਕਹਿ ਰਹੇ ਨੇ ਕਿ ਅਸੀਂ ਇੱਕ ਵੱਡਾ ਸਿਤਾਰਾ ਗਵਾ ਲਿਆ, ਪਰ ਕੀ ਹਕੀਕਤ ਹੈ ਕਿ ਸਿੱਧੂ ਮੂਸੇਵਾਲਿਆਂ ਨੂੰ ਜਿੰਨੀ ਕੁ ਸ਼ਖਸੀਅਤ ਨੂੰ ਮੈਂ ਉਹਨਾਂ ਦੇ ਨੂੰ ਜਾਣਿਆ ਕਿ ਕਿਤੇ ਉਹ ਲੱਗਦਾ ਹੈ ਕਿ ਉਹ ਕਾਂਗਰਸ ਦੇ ਡੈਡੀਕੇਟਿਡ ਵਰਕਰ ਜਾਂ ਕਾਂਗਰਸ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਜਾਂ ਜੋ ਚੱਲ ਰਿਹਾ ਉਸ ਦੇ ਅਧੀਨ ਉਹ ਰਹਿ ਕੇ ਕੰਮ ਕਰ ਸਕਦੇ ਸੀ ਸਾਰੀ ਜ਼ਿੰਦਗੀ? ਮੈਨੂੰ ਲੱਗਦਾ ਨਹੀਂ। ਪਰ ਪੋਲੀਟਿਕਸ ਹੋ ਰਹੀ ਹੈ, ਹਮਦਰਦੀ ਜਤਾਉਣੀ ਤੇ ਨਾਲ ਹੋਰ ਕਿਸੇ ਚੀਜ਼ ਵੱਲ ਇਸ਼ਾਰਾ ਕਰਨਾ ਠੀਕ ਹੈ। ਹਰ ਇੱਕ ਦਾ ਆਪਣਾ ਗੱਲ ਕਰਨ ਦਾ ਹੱਕ ਹੈ। ਜਿਵੇਂ ਮੈਂ ਪਹਿਲਾਂ ਆਖਿਆ ਕਿ ਪੰਜਾਬ ਸਰਕਾਰ ਤੇ ਜਿਹੜੀ ਸਖਤੀ ਹੈ ਉਹ ਇਸ ਵੇਲੇ ਵਿਰੋਧੀਆਂ ਨੇ ਕਰਨੀ ਹੈ। ਉਹਦੇ ਕਈ ਕਾਰਨ ਨੇ। ਇੱਕ ਤਾਂ ਵੱਡਾ ਕਾਰਨ ਇਹ ਹੈ ਕਿ ਸਰਕਾਰ ਨੇ ਜਿਹੜਾ ਕੰਮਕਾਜ ਕਰਨ ਦਾ ਤਰੀਕਾ ਜਿਹੜਾ ਅਪਣਾਇਆ ਨਾ, ਵਿਰੋਧੀਆਂ ਦੇ ਗਲੇ ਨੇ ਉਤਰ ਰਿਹਾ ਪਿਛਲੇ ਦਿਨਾਂ ਤੋਂ। ਅਤੇ ਵੱਡੇ ਵੱਡੇ ਆਗੂਆਂ ਨੂੰ, ਜਿਹਦੇ ਵਿੱਚ ਕਾਂਗਰਸ ਦੇ ਵੀ ਆ, ਅਕਾਲੀ ਦਲ ਦੇ ਵੀ ਆ, ਉਹਨਾਂ ਨੂੰ ਹੱਥ ਪੈਣ ਦਾ ਖਦਸ਼ਾ ਹੈ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈ ਸਰਕਾਰ ਵੱਲੋਂ ਤੋੜਿਆ ਮਰੋੜਿਆ ਜਾਵੇਗਾ ਅਤੇ ਸਾਡੇ 'ਤੇ ਦਬਾਅ ਪਵੇਗਾ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦਾ ਟਵੀਟ ਅਤੇ ਉਹਨਾਂ ਦਾ ਪਰਿਵਾਰ ਨੂੰ ਜਾ ਕੇ ਮਿਲਣਾ, ਹਮਦਰਦੀ ਪ੍ਰਗਟਾਉਣੀ ਇੱਕ ਵਿਸ਼ਾ ਹੈ, ਪਰ ਕੁਛ ਹੋਰ ਆਗੂਆਂ ਦਾ ਇਸ ਦਾ ਟੋਟਲ ਪੋਲੀਟੀਸਾਈਜ਼ ਕਰਨਾ ਉਹ ਥੋੜ੍ਹਾ ਜਿਹਾ ਚੁੱਭ ਰਿਹਾ। ਇੱਕ ਤੇ ਕਹਿੰਦੇ ਸੀ ਸੰਗਰੂਰ ਤੋਂ ਖੜੇ ਕਰਨਾ ਸੀ ਅਸੀਂ ਇਹਨਾਂ ਨੂੰ, ਉਹਨਾਂ ਨੂੰ ਸਿਆਸੀ ਨੁਕਸਾਨ ਦਾ ਬਹੁਤਾ ਡਰ ਹੈ, ਕਿਸੇ ਮਾਂ ਦੇ ਪੁੱਤ ਦੇ ਜਾਣ ਦਾ ਡਰ ਜਿਹੜਾ ਥੋੜ੍ਹਾ ਉਹਨਾਂ ਨੂੰ ਘੱਟ ਲੱਗ ਰਿਹਾ। ਬਿਲਕੁਲ ਐਗਜ਼ੈਕਟਲੀ। ਤੁਸੀਂ ਦੇਖੋ ਕਿ ਇੱਕ ਤੇ ਇਹ ਹੈ ਕਿ ਜੇ ਸਰਦਾਰ ਬਲਕੌਰ ਸਿੰਘ ਸਿੱਧੂ ਜਿਹੜੇ ਨੇ, ਸਿੱਧੂ ਮੂਸੇਵਾਲਾ ਦੇ ਪਿਤਾ ਨੇ, ਉਹ ਇੱਕ ਚਿੱਠੀ ਲਿਖ ਰਹੇ ਨੇ ਸਰਕਾਰ ਨੂੰ, ਹੱਥ ਲਿਖਤ ਚਿੱਠੀ ਹੈ ਉਹਨਾਂ ਨੇ। ਮੈਂ ਉਹ ਚੰਗੀ ਤਰ੍ਹਾਂ ਪੜ੍ਹੀ ਹੈ, ਠਰਮੇ ਨਾਲ ਲਿਖੀ ਗਈ ਚਿੱਠੀ ਹੈ ਜੀ। ਸਰਕਾਰ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਅਤੇ ਨਾਲ ਸਰਕਾਰ ਤੋਂ ਕੁਝ ਮੰਗਾਂ ਰੱਖੀਆਂ ਗਈਆਂ ਨੇ ਜੋ ਬਿਲਕੁਲ ਜਾਇਜ਼ ਨੇ। ਕਿਤੇ ਇਹ ਤਾਂ ਨਹੀਂ ਕਿਹਾ ਕਿ ਉਹਨਾਂ ਨੇ ਕਿ ਤੁਸੀਂ ਅਸਤੀਫਾ ਦੇ ਦਿਓ। ਸਿੱਧੂ ਉਹਨਾਂ ਤੋਂ ਜ਼ਿਆਦਾ ਦੁੱਖ ਵੀ ਕਿਸੇ ਨੂੰ ਨਹੀਂ ਹੋਣਾ ਚਾਹੀਦਾ, ਮੇਰੇ ਖਿਆਲ 'ਚ ਤਾਂ ਨਹੀਂ ਹੈ। ਫੈਨ ਤੇ ਫੈਨ ਹੁੰਦੇ ਨੇ, ਅੱਜ ਕਿਸੇ ਦੇ ਫੈਨ ਨੇ, ਕੱਲ੍ਹ ਨੂੰ ਕਿਸੇ ਹੋਰ ਦੇ ਫੈਨ ਨੇ, ਪਰ ਬੱਚਾ ਤੇ ਜਿਨ੍ਹਾਂ ਦਾ ਬੱਚਾ ਸੀ ਨਾ, ਮੈਂ ਉਹ ਵੀਡੀਓ ਉਹਨਾਂ ਦੀ ਦੇਖ ਰਿਹਾ ਸੀ ਜਦੋਂ ਉਹ ਪਹਿਲਾਂ ਉਹਨਾਂ ਤੱਕ ਖਬਰ ਪਹੁੰਚਦੀ ਹੈ ਕਿ ਆਹ ਭਾਣਾ ਵਾਪਰ ਗਿਆ, ਅਤੇ ਉਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਬੇਟਾ ਸਾਡਾ ਇਸ ਦੁਨੀਆ ਵਿੱਚ ਨਹੀਂ ਰਿਹਾ। ਅਤੇ ਜੋ ਸਿਸਕੀਆਂ ਅਤੇ ਜੋ ਉਹ ਇੱਕ ਬਰੀਕ ਮੱਧਮ ਆਵਾਜ਼ ਦੇ ਵਿੱਚ ਵਿਲਕ ਰਹੇ ਸੀ ਅੱਜ ਸਵੇਰੇ, ਉਹ ਆਵਾਜ਼ਾਂ ਕੁਝ ਹੋਰ ਸਨ। ਹੁਣ ਉਹ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰੇਗੀ? ਉਹ ਨਿਸ਼ਾਨੀਆਂ ਜਿਹੜੀਆਂ ਉਹ ਜਵਾਨ ਛੱਡ ਗਿਆ, ਕਿੰਨੇ ਸਾਰੇ ਟਰੈਕਟਰ ਉਸ ਦੇ ਸ਼ੈੱਡ ਵਿੱਚ ਖੜੇ ਨੇ, ਗੱਡੀਆਂ ਖੜੀਆਂ ਨੇ, ਉਸ 'ਤੇ ਗਾਉਣ ਵਜਾਉਣ ਦੇ ਹੋਰ ਚੀਜ਼ਾਂ ਦੇ ਸਾਰੇ ਰਿਕਾਰਡ ਪਏ ਨੇ। ਦੁਨੀਆ YouTube ਭਰੀ ਪਈ ਹੈ, ਚਾਰਟਸ 'ਤੇ ਅਜੇ ਵੀ ਹੈ, ਟਰੈਂਡ ਕਰ ਰਹੇ ਨੇ ਗੂਗਲ 'ਤੇ। ਇਹ ਗੱਲਾਂ ਦਾ ਉਹਨਾਂ ਨੂੰ ਕੀ ਭਾ ਹੈ ਜਦ ਉਹਨਾਂ ਦਾ ਬੱਚਾ ਇਸ ਦੁਨੀਆ ਵਿੱਚ ਨਹੀਂ ਹੈ? ਚਲੋ ਹੁਣ ਇਹ ਰਾਜਨੀਤੀ ਕਰਨੀ ਇੱਥੇ ਜਿਹੜੀ ਹੈ ਉਹ ਥੋੜ੍ਹੀ ਜਿਹੀ ਮਾੜੀ ਗੱਲ ਹੈ। ਕੁਝ ਇੱਕ ਆਗੂਆਂ ਵੱਲੋਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ, ਤੁਸੀਂ ਵੱਖਰੇ ਤੌਰ 'ਤੇ ਠਹਿਰਾ ਲਓ। ਇੱਕੋ ਹੀ ਟਵੀਟ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਬਾਰੇ ਲਿਖਣਾ ਕਿ ਡੂੰਘੇ ਸਦਮੇ 'ਚ ਅਤੇ ਸਿੰਪਲ ਉਸ ਨੂੰ ਰੱਖਣਾ, ਇਹ ਸਾਨੂੰ ਆ ਨਹੀਂ ਰਿਹਾ। ਉਸ ਦੇ ਬਾਰੇ ਉੱਥੇ ਕੇਂਦਰਿਤ ਕਰਕੇ ਨਹੀਂ ਅਸੀਂ ਕਰ ਰਹੇ। ਸਾਨੂੰ ਆਪਣੀ ਰਾਜਨੀਤੀ ਚਮਕਾਉਣ ਦੀ ਲੋੜ ਹੈ ਅਤੇ ਅਸੀਂ ਚਮਕਾਉਂਦੇ ਰਹਾਂਗੇ। ਇਸ ਗੱਲ ਦਾ ਅਸੀਂ ਫਿਰ ਸਬੂਤ ਦਿੱਤਾ ਜੀ। ਕੁਲਦੀਪ ਜੀ, ਕੱਲ੍ਹ ਦੀਆਂ ਅਖਬਾਰਾਂ ਭਰੀਆਂ ਪਈਆਂ ਨੇ, ਟੈਲੀਵਿਜ਼ਨ 'ਤੇ ਟਿਕਰਸ ਚੱਲ ਰਹੇ ਨੇ ਕਿ ਜੇਕਰ ਸਿੱਧੂ ਮੂਸੇਵਾਲਾ ਸਿਕਿਉਰਿਟੀ ਲੈ ਕੇ ਜਾਂਦਾ, ਬੁਲੇਟ ਪ੍ਰੂਫ ਗੱਡੀ ਲੈ ਕੇ ਜਾਂਦਾ ਤੇ ਉਹਦਾ ਬਚਾਅ ਹੋ ਸਕਦਾ ਸੀ। ਤੁਹਾਨੂੰ ਲੱਗਦਾ ਹੈ ਕਿ ਜੇ ਉਹ ਇੰਨੀ ਅਣਗਹਿਲੀ ਨਾ ਕਰਦਾ ਤੇ ਬਚ ਜਾਣਾ ਸੀ ਉਹਨੇ? ਅਸੀਂ ਪੰਜਾਬ ਸਰਕਾਰ ਦਾ ਜਿਹੜਾ ਪੱਖ ਹੈ ਉਹ ਅੱਗੇ ਵਿਚਾਰਿਆ ਕਿ ਇਸ ਵਿੱਚ ਕੀ ਜ਼ਿੰਮੇਵਾਰੀ ਸਰਕਾਰ ਦੀ ਹੈ। ਹੁਣ ਅਸੀਂ ਦੂਸਰੇ ਪੱਖ ਤੋਂ ਥੋੜ੍ਹਾ ਜਿਹਾ ਵਿਚਾਰਦੇ ਹਾਂ। ਸਿੱਧੂ ਮੂਸੇਵਾਲਾ ਜਿਸ ਤਰ੍ਹਾਂ ਦਾ ਉਸਦਾ ਲਾਈਫ ਸਟਾਈਲ ਸੀ, ਉਹ ਹਾਲਾਂਕਿ ਇਹ ਅਸੀਂ ਗੱਲ ਬਾਰ-ਬਾਰ ਪੰਡਿਤ ਰਾਓ ਧਰੇਨਵਰ ਅਤੇ ਹੋਰ ਬਹੁਤ ਸਾਰੇ ਲੋਕ ਗੱਲ ਪਿੱਟ ਕੇ ਆਖਦੇ ਰਹੇ ਕਿ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ। ਅਜੇ ਕੱਲ੍ਹ ਤੇ ਗੱਲ ਚੱਲ ਰਹੀ ਸੀ ਕਿ DJ ਵਗੈਰਾ ਅਤੇ ਹੋਰਨਾਂ 'ਤੇ ਜਿਹੜੇ ਗਨ ਕਲਚਰ ਨੂੰ ਜਾਂ ਨਸ਼ਿਆਂ ਨੂੰ ਪ੍ਰਮੋਟ ਕਰਦੇ ਗਾਣੇ ਨੇ, ਅਸੀਂ ਉਹ ਨਹੀਂ ਵੱਜਣ ਦੇਣੇ ਭਾਈ। ਹੁਣ ਗੱਲ ਹੈ ਜਾਂ ਤਾਂ ਕੋਈ ਸੈਂਸਰ ਬੋਰਡ ਹੁੰਦਾ, ਪਰ ਉਹਦੇ ਗਾਣੇ ਤਾਂ ਰਿਲੀਜ਼ ਵੀ ਹੋ ਚੁੱਕੇ ਸੀ ਅਤੇ ਲਗਾਤਾਰ ਹੋ ਵੀ ਰਹੇ ਸੀ। ਹੁਣ ਅਸੀਂ ਉਹਦੇ ਪੱਖ ਤੋਂ ਵਿਚਾਰਦੇ ਹਾਂ। ਜੇ ਤਾਂ ਉਸਦੇ ਗਾਣਿਆਂ ਨੂੰ ਸੁਣਿਆ ਜਾਵੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਬਹੁਤ ਹਾਈ ਰਿਸਕ ਲਾਈਫ ਸਟਾਈਲ ਜਿਹੜਾ ਇਸ ਨੌਜਵਾਨ ਦਾ ਹੋ ਸਕਦਾ ਹੈ। ਪਰ ਦੂਸਰੇ ਪਾਸੇ ਉਹ ਜ਼ਮੀਨ ਨਾਲ ਜੁੜਿਆ ਹੋਇਆ ਵਿਅਕਤੀ ਸੀ।
ਉਹ ਪਿੰਡ ਵਿੱਚ ਰਹਿੰਦਾ ਸੀ, ਖੇਤੀਬਾੜੀ ਕਰਦਾ ਸੀ। ਉਸਦੇ ਜਿਹੜੇ ਕੋਈ ਜਹਾਜ਼ ਨਹੀਂ ਸੀ ਰੱਖਿਆ, ਠੀਕ ਆ, ਗੱਡੀਆਂ ਉਸ ਕੋਲ ਚੰਗੀਆਂ ਹੋਣਗੀਆਂ, ਪਰ ਟਰੈਕਟਰਾਂ ਵਾਲਾ ਸ਼ੌਕ ਤਾਂ ਨਹੀਂ ਨਾ ਰੱਖਦਾ ਕੋਈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਸਦੇ ਇੱਕ ਵੱਖਰੀ ਕਿਸਮ ਦੇ ਕਰੈਕਟਰ ਹੋਣ ਦੀ ਗਵਾਹੀ ਭਰਦੀਆਂ ਨੇ। ਅਤੇ ਫਿਰ ਲਾਪਰਵਾਹੀ ਜਾਂ ਬੇਪਰਵਾਹੀ ਜਿਹਨੂੰ ਕਹਿ ਲਈਏ ਅਸੀਂ, ਸਾਡੇ ਸੁਭਾਅ ਦੇ ਵਿੱਚ ਆ ਜਾਂਦੀ ਹੈ, ਪੰਜਾਬੀਆਂ ਦੇ ਬਹੁਤਿਆਂ ਦੇ ਆ। ਕਈ ਵਾਰੀ ਸਾਡੇ ਵਿੱਚੋਂ ਬਹੁਤੇ ਕਿ ਐਕਸਟਰਾ ਕੌਸ਼ੀਅਸ ਵੀ ਹੋਣਗੇ ਆਪਣੀ ਸੇਫਟੀ ਪ੍ਰਤੀ, ਪਰ ਸਿੱਧੂ ਮੂਸੇਵਾਲਾ ਉਹਨਾਂ 'ਚੋਂ ਨਹੀਂ ਸੀ। 2 ਕਮਾਂਡੋ ਉਸਦੇ ਕੋਲ ਸਨ ਅਤੇ 2 ਕਮਾਂਡੋਆਂ ਨੂੰ ਨਾਲ ਲੈ ਕੇ ਨਹੀਂ ਗਿਆ। ਦੱਸਿਆ ਜਾਂਦਾ ਕਿ 3 ਵਿਅਕਤੀਆਂ ਨੂੰ ਉਹ ਨਾਲ ਲੈ ਗਿਆ ਗੱਡੀ ਦੇ ਵਿੱਚ, ਅਤੇ ਗੱਡੀ ਉਸ ਕੋਲ ਜਿਹੜੀ ਸੀ ਥਾਰ ਸੀ, ਅਤੇ ਥਾਰ ਨੂੰ ਉਹ ਟਾਇਰ ਜਿਹੜੇ ਸੀ ਵੱਡੇ ਵੱਡੇ ਜਿਹੜੇ ਸੀ ਪਾਏ ਹੋਏ ਸੀ। ਡਰਾਈਵ ਵੀ ਖੁਦ ਕਰ ਰਿਹਾ ਸੀ। ਹੁਣ ਜਿੱਥੇ ਸੇਫਟੀ ਦੀ ਸੁਰੱਖਿਆ ਦੀ ਗੱਲ ਹੋਵੇ ਅਤੇ ਉੱਥੇ ਜਿਹੜਾ ਡਰਾਈਵਰ ਕੋਈ ਹੋਰ ਰੱਖ ਕੇ ਅਤੇ ਫਿਰ ਆਪ ਜਿਹੜੀ ਪਿਛਲੀ ਸੀਟ ਹੈ ਉਹ ਉੱਥੇ ਬੈਠਿਆ ਜਾਂਦਾ, ਗਨਮੈਨ ਵਗੈਰਾ। ਹੁਣ ਇਹ ਵੀ ਦੱਸਿਆ ਜਾਂਦਾ ਕਿ ਇਸ ਤੋਂ ਪਹਿਲਾਂ ਜਦੋਂ ਵੀ ਉਹ ਨਿਕਲਦਾ ਸੀ, ਕਦੇ ਵੀ ਇਕੱਲਾ ਗੱਡੀ 'ਚ ਨਹੀਂ ਸੀ ਕਦੇ ਨਿਕਲਦਾ। ਉਸ ਦੇ ਨਾਲ 2 ਜਾਂ 3 ਗੱਡੀਆਂ ਹੋਰ ਹੁੰਦੀਆਂ ਸੀ ਜੋ ਉਸਦੇ ਅੱਗੇ ਪਿੱਛੇ ਚੱਲਦੀਆਂ ਸੀ ਅਤੇ ਸੁਰੱਖਿਆ ਨੂੰ ਨਾਲ ਲੈ ਕੇ ਚੱਲਦਾ ਸੀ। ਅਤੇ ਹੁਣ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ ਅਤੇ ਲਾਪਰਵਾਹੀ ਥੋੜ੍ਹੀ ਜਿਹੀ ਹੋ ਗਈ ਕਿ ਲਾਗੇ ਜਾਣਾ, ਅਤੇ ਲਾਗੇ ਜਾਣ ਦੇ ਚੱਕਰ ਦੇ ਵਿੱਚ ਇਹ ਭਾਣਾ ਵਾਪਰ ਗਿਆ। ਅਤੇ ਜਿਹੜੇ ਉਸਨੂੰ ਮਾਰਨ ਆਏ ਨੇ ਅਤੇ ਕੋਈ ਕਸਰ ਛੱਡੀ ਨਹੀਂ ਸੀ। ਜਿਵੇਂ ਉਸਦੀ ਡਿਟੇਲ ਸਾਹਮਣੇ ਆ ਰਹੀ ਹੈ ਬਾਰੀਕੀ ਨਾਲ, ਇੱਕ ਤਾਂ ਇਹ ਹੈ ਕਿ ਟਾਇਰ ਜਿਹੜੇ ਨੇ ਉਹ ਥਾਰ ਦੇ, ਤੁਸੀਂ ਦੇਖੋ ਫੋਟੋ ਵੀਡੀਓਜ਼ ਦੇ ਵਿੱਚ, ਉਹ ਕਾਫੀ ਵੱਡੇ ਨੇ। ਗੋਲੀ ਮਾਰ ਕੇ ਉਹਨਾਂ ਨੂੰ ਪੈਂਚਰ ਕੀਤਾ ਗਿਆ ਅਤੇ ਗੱਡੀ ਉਹ ਬੁਲਟ ਪ੍ਰੂਫ ਨਹੀਂ ਸੀ। ਹੁਣ ਪਰ ਉਹ ਭਾਵੇਂ ਉਸਨੂੰ ਸ਼ਿੰਗਾਰਿਆ ਹੋਇਆ ਆਪਣੇ ਸ਼ੌਕ ਨਾਲ, ਸਿੱਧੂ ਮੂਸੇਵਾਲੇ ਲਾਈਟਾਂ ਵਗੈਰਾ ਅਤੇ ਹੋਰ ਵੱਡੇ ਟਾਇਰ ਅਤੇ ਹੋਰ ਕਈ ਚੀਜ਼ਾਂ ਉਸ 'ਤੇ ਲੱਗੀਆਂ ਹੋਈਆਂ ਨੇ, ਪਰ ਦੂਸਰੇ ਪਾਸੇ ਉਸ ਵਿੱਚ ਕੋਈ ਸੁਰੱਖਿਆ ਵਾਲੀ ਕੋਈ ਗੱਲ ਨਹੀਂ ਸੀ। ਜਦ ਕਿ ਉਹਦੇ ਕੋਲ ਆਪਣੇ ਤੌਰ 'ਤੇ ਇੱਕ ਹੋਰ ਦੂਸਰੀ ਗੱਡੀ ਜਿਹੜੀ ਹੈ ਉੱਥੇ ਬੁਲਟ ਪ੍ਰੂਫ ਉਸਦੇ ਸ਼ੈੱਡ ਵਿੱਚ ਅਜੇ ਵੀ ਖੜੀ ਹੈ। ਹੁਣ ਬੁਲਟ ਪ੍ਰੂਫ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਜਿਹੜੇ ਸ਼ੀਸ਼ੇ ਹੁੰਦੇ ਨੇ ਜਿੰਨੇ ਗੱਡੀਆਂ ਦੇ, ਉਹਨਾਂ ਨੂੰ ਬਹੁਤ ਮੋਟੇ ਕਰ ਦਿੱਤਾ ਜਾਂਦਾ ਹੈ ਸਪੈਸ਼ਲ ਟੈਕਨੀਕ ਦੇ ਜ਼ਰੀਏ, ਅਤੇ ਜੋ ਉਸ ਦੀਆਂ ਵਿੰਡੋ ਹੁੰਦੀਆਂ ਨੇ ਜਿੱਥੋਂ ਦੀ ਗੋਲੀ ਲੰਘ ਸਕਦੀ ਹੈ, ਉਹਨਾਂ ਦੇ ਵਿੱਚ ਵੀ ਐਕਸਟਰਾ ਸਪੋਰਟ ਜਿਹੜੀਆਂ ਲੋਹੇ ਦੀਆਂ ਦੇ ਦਿੱਤੀਆਂ ਜਾਂਦੀਆਂ ਨੇ। ਇਹ ਵੀ ਇੰਡੀਆ ਦੇ ਵਿੱਚ ਖਬਰ ਚੱਲੀ ਸੀ ਕਿ ਜਿਹੜੇ ਲੋਕ ਨੇ ਇਹਨਾਂ ਨੂੰ ਬੁਲਟ ਪ੍ਰੂਫ ਗੱਡੀਆਂ ਬਣਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਫਿਰ ਇਹ ਜਿਹੜੇ ਬੁਲਟ ਪ੍ਰੂਫ ਗੱਡੀਆਂ ਬਣਾ ਕੇ ਆਪ ਉਹਨਾਂ ਵਿੱਚ ਘੁੰਮਦੇ ਨੇ ਅਤੇ ਦੂਸਰਿਆਂ ਦੀ ਜਾਨ ਨੂੰ ਫਿਰ ਜੋਖਮ ਵਿੱਚ ਪਾਉਣ ਦਾ ਡਰ ਬਣਿਆ ਰਹਿੰਦਾ। ਪਰ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਗਿਆ। 6 ਜਾਂ 7 ਜਣੇ ਜਾਂ 8 ਜਣੇ, ਪਤਾ ਨਹੀਂ ਉਹ ਕਿੰਨੇ ਆਏ ਸੀ, ਅਜੇ ਤਾਂ ਛਾਪੇਮਾਰੀ ਹੋ ਰਹੀ ਹੈ। ਉਹਨੂੰ 2 ਗੱਡੀਆਂ ਦੇ ਵਿੱਚ, ਅਤੇ ਗਾਂ ਉਹਨਾਂ ਨੇ ਉਹ ਗੱਡੀਆਂ ਅਬੈਂਡਨ ਕਰਤੀਆਂ, ਛੱਡ ਦਿੱਤੀਆਂ, ਅਤੇ ਹੋਰ ਜਾ ਕੇ ਉਹਨਾਂ ਨੇ ਕੋਈ ਗੱਡੀ ਫੜ ਲਈ ਹੈ, ਅਤੇ ਉਸ ਤੋਂ ਅੱਗੇ ਫਿਰ ਉਹ ਕਿੱਥੇ ਗਏ ਨੇ ਅਜੇ ਤੱਕ ਕੋਈ ਸੁਰਾਗ ਨਹੀਂ ਹੈ। ਕੁਛ ਇੱਕ ਭਾਲ ਘੋਖ ਜਾਰੀ ਹੈ। ਪਰ ਜਿਹੜਾ ਸਵਾਲ ਤੁਹਾਡਾ ਹੈ ਕਿ ਬਚਾਅ ਹੋ ਸਕਦਾ ਸੀ, ਜੇ ਤਾਂ ਅਸੀਂ ਇਹਨੂੰ ਇਸ ਪੱਖ ਤੋਂ ਵੇਖ ਲਈਏ ਕਿ ਜਿਵੇਂ ਅਸੀਂ ਗੱਲ ਕਰ ਦਿੰਦੇ ਹਾਂ ਅਕਸਰ ਕਿ ਭਾਈ ਜਿਹਦੀ ਆਈ ਹੈ ਉਹ ਕਿੱਥੋਂ ਬਚ ਸਕਦਾ ਕੋਈ, ਪਰ ਜੇ ਸਹੀ ਤਕਨੀਕੀ ਪੱਖ ਜੇ ਕੁਛ 2-4 ਵਿਚਾਰੇ ਜਾਣ ਤਾਂ ਮੈਨੂੰ ਲੱਗਦਾ ਕਿ ਬੇਪਰਵਾਹੀ ਜਾਂ ਲਾਪਰਵਾਹੀ ਇਸ ਵਿੱਚ ਕਿਤੇ ਨਾ ਕਿਤੇ ਸ਼ਾਮਲ ਹੈ। ਸਰਕਾਰੀ ਪੱਖ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ, ਅਤੇ ਸਿੱਧੂ ਮੂਸੇਵਾਲਾ ਦੇ ਪੱਖ ਤੋਂ ਸ਼ਾਇਦ ਉਹ ਇਸ ਗੱਲ ਨੂੰ ਸਮਝ ਗਿਆ ਕਿ ਅਸੀਂ ਲਾਗੇ ਜਾਣਾ, ਥੋੜ੍ਹੀ ਦੂਰ ਹੈ, ਅਤੇ ਉਹ ਘਰੋਂ ਜੇ ਨਿਕਲੇ ਸੀ ਅਤੇ ਭਾਣਾ ਵਾਪਰ ਗਿਆ। ਅਤੇ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਉਹਨਾਂ ਨੂੰ ਬਿਹਤਰ ਔਰਗਨਾਈਜ਼ ਹੋ ਕੇ ਜੋ ਚੱਲਦੇ, ਅਤੇ ਸ਼ਾਇਦ ਅੱਜ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਸਾਡੇ ਬੈਠਾ ਹੁੰਦਾ। ਕੁਲਦੀਪ ਜੀ, ਜੇ ਉਸ ਹਥਿਆਰ ਦੀ ਗੱਲ ਕਰੀਏ ਜਿਹਦੇ ਨਾਲ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ, ਅਤੇ ਖਬਰਾਂ ਇਹ ਕਹਿੰਦੀਆਂ ਨੇ ਕਿ ਉਹ ਬਹੁਤ ਖਤਰਨਾਕ ਰੂਸੀ ਹਥਿਆਰ ਸੀ। ਦੇਖੋ, ਗੱਲ ਇਹ ਆ ਕਿ ਜਿਹੜੇ ਰਾਈਫਲਾਂ ਨੇ, ਆਟੋਮੈਟਿਕ ਵੈਪਨ ਨੇ, ਜਦੋਂ ਦੇ ਇਹ ਆਏ ਨੇ ਇਹਨਾਂ ਨੇ ਇੰਨੀ ਤਬਾਹੀ ਮਚਾਈ ਹੈ ਦੁਨੀਆ ਦੇ ਵਿੱਚ ਕਿ ਕੋਈ ਅੰਤ ਨਹੀਂ ਹੈ। ਪੰਜਾਬ ਦੇ ਵਿੱਚ ਵੀ ਵੇਖਿਆ ਗਿਆ, ਸੁਰੱਖਿਆ ਬਲਾਂ ਨੂੰ ਤਾਂ ਬਹੁਤ ਬਾਅਦ ਵਿੱਚ ਮਿਲੇ, AK-47, AK-74, ਇਹ ਹੋਰ ਇਸ ਤਰ੍ਹਾਂ ਦੀਆਂ ਰਾਈਫਲਾਂ ਬਹੁਤ ਆਈਆਂ। ਅਸਾਲਟ ਕੋਲਟ ਜਿਹੜਾ ਸੀ, ਕਲੈਸ਼ਨਕੋਵ ਵੀ ਆਖ ਦਿੰਦੇ ਨੇ, ਕਈ ਮਾਡਲ ਇਹਨਾਂ ਦੇ ਹੁਣ ਜਿਹੜੇ ਬਾਅਦ ਵਿੱਚ ਆ ਜਾਂਦੇ ਨੇ। ਹੁਣ ਇੱਕ ਰਸ਼ੀਅਨ ਰਾਈਫਲ ਦੇ ਬਾਰੇ ਜ਼ਿਕਰ ਹੋਇਆ ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ AK-74 ਜਿਹੜੀ AK-47 ਤੋਂ ਉੱਪਰ ਵਾਲੀ ਰਾਈਫਲ ਹੈ, ਜਿਹੜੀ AK-74, ਉਹਦੀ ਜਗ੍ਹਾ 'ਤੇ 94 ਨੰਬਰ ਦੀ ਇੱਕ ਰਾਈਫਲ ਹੈ, ਆਟੋਮੈਟਿਕ ਵੈਪਨ ਹੈ। ਗੁੰਝਲਦਾਰ ਇਸ ਦੀ ਤਕਨੀਕ ਹੈ, ਕੋਈ ਆਮ ਜਿਹੜੀ ਨਹੀਂ ਹੈ, ਥੋੜ੍ਹੀ ਜਿਹੀ ਟੈਕਨੀਕਲੀ ਹੋਰ ਹਿਸਾਬ ਦੀ ਹੈ। ਇਸ ਨੂੰ ਚਲਾਉਣ ਲਈ ਵੀ ਸਪੈਸ਼ਲ ਟ੍ਰੇਨਿੰਗ ਜਿਹੜੀ ਹੈ ਹੁੰਦੀ ਹੈ। ਅਤੇ ਹੈਰਾਨੀ ਦੀ ਗੱਲ ਹੈ ਕਿ ਇੰਨਾ ਮਾਰੂ ਇਹ ਹਥਿਆਰ ਹੈ ਕਿ 1 ਮਿੰਟ ਦੇ ਵਿੱਚ ਜੇ ਇਸ ਨੂੰ ਲਗਾਤਾਰ ਚਲਾਇਆ ਜਾਵੇ ਤਾਂ 1800 ਗੋਲੀ ਤੱਕ ਜਿਹੜੀ ਹੈ ਇਹ ਕੱਢ ਸਕਦੀ ਹੈ 1 ਮਿੰਟ ਦੇ ਵਿੱਚ। ਅਤੇ 30 ਗੋਲੀਆਂ ਦੱਸਿਆ ਜਾਂਦਾ ਕਿ ਸਾਰਿਆਂ ਵੱਲੋਂ, ਬਾਕੀਆਂ ਵੱਲੋਂ ਘੇਰਿਆ ਗਿਆ ਉਹਨੂੰ, ਅਤੇ ਇੱਕ ਵਿਅਕਤੀ ਨੇ ਹੀ ਸਾਹਮਣੇ ਖੜੇ ਹੋ ਕੇ ਜਿਹੜੀਆਂ ਸੀ ਉਹ ਗੋਲੀਆਂ ਉਹਨਾਂ ਦੇ ਉੱਪਰ ਚਲਾਈਆਂ। ਗੱਡੀ ਨੂੰ ਗੌਰ ਨਾਲ ਵੇਖੀਏ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਸਿਰਫ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਗਿਆ, ਪਰ 2 ਵਿਅਕਤੀ ਅਜੇ ਜ਼ੇਰੇ ਇਲਾਜ ਨੇ, ਅਤੇ ਇੱਕ ਦੀ ਉਸਦੇ ਸਾਥੀ ਦੀ ਮੌਤ ਹੋ ਚੁੱਕੀ ਹੈ। ਸੋ ਇਹ ਮਾਰੂ ਹਥਿਆਰ ਇਹ ਕਿਹੜੇ ਲੋਕਾਂ ਕੋਲ ਹੋਵੇਗਾ? ਇੰਨਾ ਔਰਗੇਨਾਈਜ਼ਡ ਮਰਡਰ ਜਿਹੜਾ ਉਹ ਹੋਇਆ, ਅਤੇ ਇਸ ਦੇ ਜ਼ਰੂਰ ਕੋਈ ਨਾ ਕੋਈ ਵੱਡੇ ਸੁਰਾਗ ਨਿਕਲਣਗੇ। ਮੈਂ ਇਸ ਨੂੰ ਕੋਈ ਛੋਟੀ ਮੋਟੀ ਘਟਨਾ ਨਹੀਂ ਮੰਨਦਾ।
ਜੀ ਇਸੇ ਲੜੀ ਨੂੰ ਅੱਗੇ ਤੋਰਦਿਆਂ ਪ੍ਰੋਗਰਾਮ ਅਸੀਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੇ ਰਜਵੀਂ ਰਾਜਨੀਤੀ ਜਿਹੜੀ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ, ਤੇ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਸੁਖਬੀਰ ਸਿੰਘ ਬਾਦਲ ਹੁਣੀ 4 ਕੁ ਬੰਦੇ ਲੈ ਕੇ ਫਿਰ ਪੰਜਾਬ ਦੇ ਰਾਜਪਾਲ ਦੇ ਸਰਾਣੇ ਬਹਿ ਗਏ ਨੇ, ਜਾ ਕੇ ਕਹਿੰਦੇ ਨੇ ਪੰਜਾਬ ਦੀ ਜਿਹੜੀ ਸਰਕਾਰ ਹੈ ਬਰਖਾਸਤ ਕਰ ਦਿਓ। ਕਿਵੇਂ ਦੇਖਦੇ ਹੋ? ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਕੋਈ ਸਹਿਯੋਗੀ ਜਿਹੜੇ ਨੇ ਰਾਜਪਾਲ ਨੂੰ ਉਹਨਾਂ ਨੇ ਚਿੱਠੀ ਪਹੁੰਚਾਈ ਹੈ। ਉਸ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਮੈਂ ਵੈਸੇ ਉਹਨਾਂ ਨੇ ਅੰਗਰੇਜ਼ੀ ਚਿੱਠੀ ਲਿਖੀ ਹੈ, ਵੀ ਪਤਾ ਨਹੀਂ ਕਿ ਕਿਉਂ ਅੰਗਰੇਜ਼ੀ 'ਚ ਲਿਖੀ ਹੈ, ਖੈਰ ਸ਼ਾਇਦ ਸਾਰੇ ਏਰੀਆ ਨੂੰ ਪੜ੍ਹਾਉਣਾ ਜੀ। ਉਹ ਉਸ ਦਾ ਪੰਜਾਬੀ ਵਿੱਚ ਕੁਝ ਮੋਟੇ ਜਿਹੜੇ ਪੁਆਇੰਟ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਉਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਹਾਲਾਤਾਂ ਵੱਲ ਧਿਆਨ ਦਿਓ, ਗਵਰਨਰ ਨੂੰ ਆਖ ਰਹੇ ਨੇ, ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਉੱਚ ਪੱਧਰੀ ਜਾਂਚ ਕਾਇਮ ਕੀਤੀ ਜਾਵੇ। ਆਮ ਆਦਮੀ ਪਾਰਟੀ ਸਰਕਾਰ ਨੂੰ ਹੁਕਮ ਦਿਓ ਕਿ ਇਹ ਜਾਂਚ NIA ਤੋਂ ਕਰਵਾਈ ਜਾਵੇ, ਤੇ ਜਿਵੇਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੇਨਤੀ ਕੀਤੀ ਹੈ। ਨਾਲ ਲਿਖਦੇ ਨੇ ਕਿ ਅਸੀਂ ਆਪ ਨੂੰ ਬੇਨਤੀ ਕਰਦੇ ਹਾਂ ਕਿ ਆਪ ਸਰਕਾਰ ਨੂੰ ਗੰਭੀਰ ਮੁੱਦਿਆਂ ਦੀ ਰਾਜਨੀਤੀ ਨਾ ਕਰਨ ਦਿਓ, VIP ਕਲਚਰ ਦੇ ਨਾਂ ਹੇਠ ਪੰਜਾਬ ਦੀ ਸੁਰੱਖਿਆ ਨਾਲ ਖਿਲਵਾੜ ਨਾ ਕਰਨ ਦਿਓ, ਇੱਕ ਵੱਖਰੀ ਜਾਂਚ ਬਿਠਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰਨਾਂ ਦੀ ਸੁਰੱਖਿਆ ਵਾਪਸ ਲੈ ਜਾਣ ਦੀ ਜਾਂਚ ਕੀਤੀ ਜਾਵੇ। ਪੰਜਾਬ ਇੱਕ ਬਾਰਡਰ ਸੂਬਾ ਹੈ ਤੇ ਸਾਰੇ ਦੇਸ਼ ਲਈ ਇਸ ਦੀ ਸ਼ਾਂਤੀ ਤੇ ਸੁਰੱਖਿਆ ਅਹਿਮ ਹੈ। ਇਹ ਮੰਗਾਂ ਕੀਤੀਆਂ ਨੇ। ਹੁਣ ਇਹ ਮੰਗਾਂ ਉਹਨਾਂ ਨੇ ਜਿੰਨੀਆਂ ਮੰਗਾਂ ਨੇ ਇੱਥੇ ਤੱਕ ਜਾਇਜ਼ ਨੇ। ਜਿਵੇਂ ਕਿਹਾ ਕਿ ਸਰਕਾਰ ਨੂੰ ਕਹੋ ਇੱਦਾਂ ਕਰੇ, ਸਰਕਾਰ ਜਾਂਚ ਕਰਾਵੇ, ਸਰਕਾਰ ਇਸ ਤਰ੍ਹਾਂ ਨਾ ਕਰੇ, ਤੇ ਸਰਕਾਰ ਆਪਣੀ ਬੱਲੇ ਬੱਲੇ ਖੱਟਣ ਲਈ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਨਾ ਕਰੇ। ਇਹ ਜਿਹੜੇ ਦੋ ਪੇਜ ਨੇ ਉਹਨਾਂ ਦੇ ਵਿੱਚੋਂ ਮੈਂ ਇਹ ਕੁਛ ਅੰਸ਼ ਜਿਹੜੇ ਨੇ ਲਏ ਨੇ। ਪਰ ਇਸ ਦੇ ਉੱਪਰ ਜਿੱਥੇ ਉਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੋਸਟ ਕੀਤਾ ਇਸ ਨੂੰ, ਉਹ ਥੋੜ੍ਹਾ ਜਿਹਾ ਸਾਂਝਾ ਕਰਦੇ ਹਾਂ। ਉਹ ਕਿਹੜੇ ਲਫ਼ਜ਼ ਨੇ? ਨਿਯਮਾਂ ਨੂੰ ਛਿੱਕੇ ਟੰਗ ਕੇ ਸੁਰੱਖਿਆ ਸੰਬੰਧੀ ਗੁਪਤ ਜਾਣਕਾਰੀਆਂ ਜਨਤਕ ਕਰਕੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਠੋਸ ਕਦਮ ਚੁੱਕਣ ਲਈ ਮਾਣਯੋਗ ਰਾਜਪਾਲ ਨੂੰ ਮੰਗ ਪੱਤਰ ਦਿੱਤਾ। ਨਾਜ਼ੁਕ ਬਣੇ ਹਾਲਾਤਾਂ ਦੇ ਮੱਦੇਨਜ਼ਰ ਅਸੀਂ ਆਮ ਆਦਮੀ ਪਾਰਟੀ ਦੀ ਨਿਕੰਮੀ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ। ਹੁਣ ਦੋ ਗੱਲਾਂ ਆਪਸੀ ਵਿਰੋਧਾਭਾਸੀ ਨੇ। ਇੱਕ ਪਾਸੇ ਤੇ ਤੁਸੀਂ ਕਹਿ ਰਹੇ ਹੋ ਰਾਜਪਾਲ ਨੂੰ ਕਿ ਤੁਸੀਂ ਪੰਜਾਬ ਸਰਕਾਰ ਨੂੰ ਕਹੋ ਇਸ ਤਰ੍ਹਾਂ ਨਾ ਕਰੇ, ਆਮ ਆਦਮੀ ਪਾਰਟੀ ਇੱਦਾਂ ਕਰੇ, ਆਮ ਆਦਮੀ ਪਾਰਟੀ ਆਹ ਕਰੇ, ਤੁਸੀਂ ਉਹਨਾਂ ਨੂੰ ਉਹਦੇ ਕੋਲੋਂ ਆਹ ਕਰਵਾਓ, ਉਹ ਆਹ ਨਾ ਕਰ, ਸਾਰੇ ਮੁੱਦੇ ਜਿਹੜੇ ਮੈਂ ਪਹਿਲਾਂ ਗਿਣਾਏ ਨੇ। ਤੇ ਉੱਪਰ ਤੁਸੀਂ ਬਾਅਦ ਵਿੱਚ ਲਿਖ ਦਿੰਦੇ ਹੋ ਕਿ ਇਹ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ। ਯਾਰ ਆਪਸ ਵਿੱਚ ਤੇ ਤੁਸੀਂ ਬਿਆਨ ਜਿਹੜੇ ਨੇ ਮੇਲ ਲਾਓ। ਉਹ ਇੰਝ ਜਾਪਦਾ ਹੈ ਕਿ ਉਹ ਚਿੱਠਾ ਜਿਹੜਾ ਲਿਖਿਆ ਹੋਇਆ ਸੀ ਅੰਗਰੇਜ਼ੀ ਦੇ ਵਿੱਚ ਕਿਸੇ ਹੋਰ ਨੇ ਲਿਖ ਦਿੱਤਾ, ਤੇ ਦੂਸਰੇ ਪਾਸੇ ਜਿਹੜੇ ਸੁਖਬੀਰ ਬਾਦਲ ਨੇ ਪੰਜਾਬੀ ਦੇ ਵਿੱਚ ਆਪਣੇ ਹੈਂਡਲ ਤੇ ਜੋ ਪੋਸਟ ਕੀਤਾ, ਜਿਹੜੇ ਮੈਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ, ਉਹ ਸ਼ਾਇਦ ਕਿਸੇ ਹੋਰ ਨੇ ਲਿਖ ਦਿੱਤਾ ਤੇ ਇਹਨਾਂ ਨੇ ਚੱਕ ਕੇ ਪੋਸਟ ਕਰ ਦਿੱਤਾ। ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੇ ਸੀਰੀਅਸ ਮੁੱਦੇ ਤੇ ਵੀ ਅਸੀਂ ਸੀਰੀਅਸ ਨਹੀਂ ਹੋ ਰਹੇ। ਅਕਾਲੀ ਜਿਹੜੇ ਨੇ ਇਸ ਵਕਤ ਸਿਆਸੀ ਤੌਰ ਤੇ ਹਾਸ਼ੀਏ ਤੇ ਨੇ। ਇਹ ਗੱਲ ਬਾਰ-ਬਾਰ ਕਹਿ ਚੁੱਕੇ ਹਾਂ ਅਸੀਂ, ਅੱਜ ਦੇ ਦਿਨ ਇਹ ਗੱਲ ਕਰਨੀ ਨਹੀਂ ਚਾਹੁੰਦੇ, ਦਿਲੋਂ ਬਹੁਤ ਦੁਖੀ ਹਾਂ ਅਸੀਂ, ਪਰ ਮਾਫ਼ ਕਰਨਾ ਫਿਰ ਮੈਨੂੰ ਕਹਿਣਾ ਪੈ ਰਿਹਾ ਕਿ ਇਹਨਾਂ ਵੱਲੋਂ ਫਿਰ ਇੱਕ ਨਿਕੰਮੀ ਕਿਸਮ ਦੀ ਰਾਜਨੀਤੀ ਜਿਹੜੀ ਆ ਸੁਣੀ ਸੁਣਾਈਆਂ ਗੱਲਾਂ ਤੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਮੈਂ ਇੱਕ ਹੋਰ ਉਦਾਹਰਨ ਮੈਂ ਆਪ ਜੀ ਨੂੰ ਦੇਣੀ ਚਾਹੁੰਦਾ ਕਿ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਪੰਜਾਬ ਸਰਕਾਰ ਦੇ ਇੱਕ ਮੀਡੀਆ ਦੇ ਇੱਕ ਮੀਡੀਆ ਸੈੱਲ ਦੇ ਇੱਕ ਖਾਸ ਵਿਅਕਤੀ ਨਾਲ ਮੇਰੀ ਮੁਲਾਕਾਤ ਹੋਈ। ਉਹ ਮੈਨੂੰ ਕਿਤੇ ਮਿਲੇ। ਉਦੋਂ ਅਕਾਲੀ ਜਿਹੜੀ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਚੋਣਾਂ ਹੋ ਰਹੀਆਂ ਸੀ, 1-2 ਮਹੀਨੇ ਰਹਿ ਗਏ ਸੀ, ਤੇ ਮੈਂ ਉਹਨਾਂ ਦੇ ਕੋਲ ਬੈਠਾ ਸਾਂ ਤੇ ਉਹਨਾਂ ਕੋਲ ਮੈਂ 2-4 ਸਵਾਲ ਪੁੱਛੇ ਸਰਕਾਰ ਦੇ ਕੰਮਕਾਜ ਬਾਰੇ। ਤੇ ਜਦੋਂ ਫਿਰ ਉਹ ਕਹਿੰਦੇ ਜੀ ਮੈਂ ਥੋੜ੍ਹਾ ਜਿਹਾ ਬਿਜ਼ੀ ਹਾਂ ਤੇ ਮੈਂ ਇੱਕ ਸਪੀਚ ਲਿਖਣੀ ਹੈ ਪ੍ਰਧਾਨ ਜੀ ਵਾਸਤੇ। ਤੇ ਮੈਂ ਕਿਹਾ ਜੀ ਸਪੀਚ ਕੀ ਲਿਖਣੀ ਹੈ? ਕਹਿੰਦੇ ਬਸ ਕੁਛ ਨਹੀਂ ਲਿਖਣਾ, ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਣੀਆਂ ਨੇ। ਮੈਂ ਕਿਹਾ ਇਹ ਕੀ ਮਤਲਬ ਹੋਇਆ? ਕਹਿੰਦੇ ਜੀ ਬਸ ਜੋ ਮਤਲਬ ਵੀ ਤੁਸੀਂ ਸਮਝੋ, ਪਰ ਸੱਚਾਈ ਇਹੋ ਹੀ ਹੈ ਕਿ ਸਾਨੂੰ ਇਹੋ ਹੀ ਹੁਕਮ ਹੈ ਕਿ ਤੁਸੀਂ ਆਹ ਕੰਮ ਕਰਨਾ। ਸੋ ਮੈਂ ਬੇਨਤੀ ਕਰਦਾ ਇੱਕ ਵਾਰ ਫਿਰ, ਸਿਆਸੀ ਤੌਰ ਤੇ ਹਾਸ਼ੀਏ ਤੇ ਪਹੁੰਚੀ ਹੋਈ ਪਾਰਟੀ ਹੈ ਅਕਾਲੀ ਇਸ ਵੇਲੇ, ਕੋਈ ਗੱਲ ਨਹੀਂ, ਇਹ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ। ਜਿਵੇਂ ਕਿ ਸੀਨੀਅਰ ਬਾਦਲ ਨੇ ਕਿਹਾ ਸੀ, ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ, ਪਰ ਥੋੜ੍ਹਾ ਜਿਹਾ ਸੰਜਮ ਤੋਂ ਕੰਮ ਲਾਓ ਤੇ ਓਨੀ ਗੱਲ ਕਰੋ ਜਿੰਨੀ ਜਾਇਜ਼ ਹੈ। ਇਹ ਜੇ ਘਟਨਾਵਾਂ ਦੀ ਅਸੀਂ ਅੱਜ ਦੀ ਦਿਨ, ਮੈਂ ਫਿਰ ਉਹੀ ਗੱਲ ਕਰਾਂ, ਦਿਲ ਦੁਖੀ ਹੈ, ਪਿੱਛੇ ਨੂੰ ਜਾਣਾ ਨਹੀਂ ਚਾਹੁੰਦੇ। ਜੇ ਅਸੀਂ ਇਸੇ ਤਰ੍ਹਾਂ ਸਰਕਾਰਾਂ ਨੂੰ ਬਰਖਾਸਤ ਕਰਨ ਦੀ ਮੰਗ ਕਰਨ ਲੱਗੇ ਹਾਂ
ਤੇ ਫਿਰ ਬਹੁਤ ਦੂਰ ਤੱਕ ਕਹਾਣੀ ਜਾਵੇਗੀ। ਫਿਰ ਇਸ ਤਰ੍ਹਾਂ ਬਹੁਤ ਸਾਰੀਆਂ ਸਰਕਾਰਾਂ ਪਹਿਲੇ ਸਮਿਆਂ ਦੇ ਵਿੱਚ ਕਾਫੀ ਸਮਾਂ ਪਹਿਲਾਂ ਬਰਖਾਸਤ ਹੋ ਜਾਣੀ ਚਾਹੀਦੀ ਸੀ। ਇਸ ਮਾਮਲੇ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਆ ਸੱਚੀ ਨਹੀਂ ਹੈ, ਸਾਰੇ ਹਮਾਮ ਵਿੱਚ ਨੰਗੇ ਨੇ। ਅੱਜ ਆਮ ਆਦਮੀ ਪਾਰਟੀ ਦੀ ਵਾਰੀ ਆ ਗਈ ਹੈ, ਸਾਰੇ ਝੂਠੇ ਨੇ ਔਰ ਹਮੇਸ਼ਾ ਜਿਹੜੀ ਹੈ ਸਰਕਾਰ ਤੇ ਉਂਗਲੀ ਉੱਠਦੀ ਹੈ। ਤੇ ਅੱਜ ਤੱਕ ਨੈਤਿਕਤਾ ਦੇ ਆਧਾਰ ਤੇ ਕਿਸੇ ਨੇ ਅਸਤੀਫਾ ਨਹੀਂ ਦਿੱਤਾ। ਜਦੋਂ ਸ਼ੇਅਰ ਘਪਲਾ ਹੋਇਆ ਸੀ ਤੇ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਸੀ, ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਸੀ, ਜਿਹੜਾ ਪ੍ਰਧਾਨ ਮੰਤਰੀ ਨੇ ਰੱਦ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਆਪਣਾ ਕੰਮ ਕਰੋ, ਕੋਈ ਗੱਲ ਨਹੀਂ, ਇਸ ਤਰ੍ਹਾਂ ਦੇ ਹੁੰਦੇ ਰਹਿੰਦੇ ਨੇ। ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਇਸ ਤਰ੍ਹਾਂ ਦੀ ਇੱਕ ਉਦਾਹਰਨ ਆਉਂਦੀ ਹੈ। ਨੈਤਿਕਤਾ ਤੇ ਕਦੋਂ ਦੀ ਗੁੰਮ ਹੋ ਚੁੱਕੀ ਹੈ। ਇੱਥੇ ਤੇ ਟਾਈਮ ਪਾਸ ਕੀਤਾ ਜਾਂਦਾ ਹੈ, ਪਰ ਕਿਰਪਾ ਕਰਕੇ ਥੋੜੇ ਸਮੇਂ ਲਈ ਇਸ ਮੁੱਦੇ ਤੇ ਰਾਜਨੀਤੀ ਨਾ ਕਰੋ। ਜੀ, ਸਿੱਧੂ ਮੂਸੇਵਾਲਾ ਦੀ ਮੌਤ ਨੇ ਪੰਜਾਬ ਨੂੰ ਇੰਨੀ ਸਾਰੇ ਆਲਮ ਨੂੰ ਸੋਚੀ ਪਾ ਦਿੱਤਾ ਹੈ। ਫਿਲਹਾਲ ਪ੍ਰੋਗਰਾਮ ਨੂੰ ਇੱਥੇ ਖਤਮ ਕਰਦੇ ਹਾਂ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।